वाहिगुरु सतनाम श्री वाहिगुरु। तन तन श्री गुरु ग्रंथ साहिब, दो जहान दे वाली, हलत पलत दे रक्षक, तिन्हां दे निੱकी गोद, उन्हां दे मिलदे मिठे सुनेहे, गुरु दे शब्दां दे विचों आउंदी ठंडी पवन हिरदियां नूं ठार के चली जांदी है। वो परिपूर्ण परमात्मा साडे ते इसे तरह बख्शिश करे, गुरबाणी दे नाल प्यार, उस गुरु दा दस्सिया होया मार्ग साडे किते हिरदे दे विच वस जावे, साडी किते सोच दे विच परिवर्तन आ जावे, सानू उहदे दर दी खैर पै जावे। उस परमात्मा तो विछड़े हाँ उहदे नाल मिल जाइए, वो किरपा करे। और इसका सब तो वड्डा साधन है साध संगत, जो आप सब कर रहे हो। ये उस परमात्मा दी बख्शिश है, ये उस परमात्मा दी रहमत है, ये उस परमात्मा दा प्यार है। आओ सब तो पहला पिता जी दी बख्शी हुई फतेह नूं प्रवान करो, हिरदियां नूं उस रस रूपी शब्दां दे नाल जोड़िए। वाहिगुरु जी का खालसा, वाहिगुरु जी की फतेह। तन तन श्री गुरु नानक देव जी महाराज, तिन्हां दी गुरबाणी मिठी प्यारी उच्ची सुची, जिस दियां असी पौड़ियां चढ़ रहे हाँ, क्योंकि परमात्मा दा रस्ता प्लेन नहीं है, ओदियां पौड़ियां हन। और साडा उस परमात्मा नूं मनना, उस दे दर ते आउणा, उस दी खुशी नूं प्राप्त करना तां ही सफल है, जे साडा पहला कदम जिहड़ा है उस नालों दूसरा कदम उच्चा होवे। जे असी गुरु दे दर ते आउंदे हां ते कुछ समा आउण तो बाद सानू ये होवे साडे विच परिवर्तन आया है, असी कोई गल छड्डी है, जो साडे विच कोई खामी सी उसनूं छड्डिया है। ये गुरु साहिब दी गुरबाणी जो पौड़ी पौड़ी चढ़ के उस परमात्मा दे दर वल जांदियां, ये पौड़ियां साडे मन दे हर कोने नूं ठोकर मारदियां हन। गुरु साहिब दी बाणी, गुरु साहिब दा शब्द कितना पवित्र है। आओ सब तो पहला गुरु साहिब दी स्थिति पौड़ी दे दर्शन करदे हां। आखण जोर चुपै नह जोर, जोर न जीवन मरण न जोर। आखण जोर चुपै नह जोर, जोर न मंगण देण न जोर। जोर न जीवन मरण न जोर, जोर न राज माल मन सोर। जोर न सुरती ज्ञान विचार, जोर न जुगती छुटै संसार। जिस हथ जोर कर वेखै सोए, नानक उत्तम नीच न कोय। जिस हथ जोर कर वेखै सोए, नानक उत्तम नीच न कोय। वाहिगुरु जी का खालसा, वाहिगुरु जी की फतेह। तन तन श्री गुरु नानक देव जी दी बाणी,
ਉਹਨਾਂ ਦੇ ਬੋਲ, ਉਹਨਾਂ ਦੇ ਸ਼ਬਦ ਕਿਤਨੇ ਮਿੱਠੇ ਹਨ। ਇੱਕ ਛੋਟੀ ਜਿਹੀ ਦਾਸਤਾਨ ਹੈ, ਸਾਖੀ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੇ ਵਿੱਚ ਗਏ ਹਨ। ਬਗਦਾਦ ਦੇ ਵਿੱਚ ਉਹਨਾਂ ਦਾ ਮੇਲ ਦਸਤਗੀਰ ਨਾਲ ਹੋਇਆ ਹੈ, ਜੋ ਉਸ ਸਮੇਂ ਦਾ ਪਹੁੰਚਿਆ ਹੋਇਆ ਸੰਤ ਸੀ, ਜਿਸ ਦਾ ਈਰਾਨ, ਇਰਾਕ ਸਾਰੇ ਪਾਸੇ ਬਹੁਤ ਬੋਲਬਾਲਾ ਸੀ। ਉਸਨੇ ਗੁਰੂ ਸਾਹਿਬ ਦੀ ਸੰਗਤ ਕੀਤੀ। ਜਿਸ ਵੇਲੇ ਉਹਨਾਂ ਨੇ ਗੁਰੂ ਸਾਹਿਬ ਦੇ ਬਚਨ ਸੁਣੇ, ਉਹਨਾਂ ਦੀ ਗੁਰਬਾਣੀ ਸੁਣੀ, ਤੇ ਉਹਨਾਂ ਨੇ ਕੁਝ ਬੋਲ ਬੋਲੇ ਕਿ ਐ ਪਿਤਾ, ਐ ਫਕੀਰ, ਇਹ ਜਿਹੜੇ ਤੇਰੇ ਬੋਲ ਹਨ, ਅਗਰ ਅਸੀਂ ਸਾਰੇ ਸੰਸਾਰ ਦੇ ਫੁੱਲਾਂ ਨੂੰ ਇਕੱਠਾ ਕਰ ਲਈਏ ਤੇ ਜੋ ਉਹਨਾਂ ਦੀ ਸੁਗੰਧੀ ਹੈ, ਉਹ ਤੁਹਾਡੇ ਮਿੱਠੇ ਸ਼ਬਦਾਂ ਦੀ ਸੁਗੰਧੀ ਦੇ ਸਾਹਮਣੇ ਮਾਤ ਪੈ ਜਾਏਗੀ। ਇਤਨਾ ਉੱਚਾ ਦਰਜਾ ਦਸਤਗੀਰ ਨੇ ਗੁਰੂ ਸਾਹਿਬ ਦੇ ਸ਼ਬਦਾਂ ਨੂੰ, ਉਹਨਾਂ ਦੇ ਮੁਖੋਂ ਨਿਕਲੇ ਹੋਏ ਸ਼ਬਦਾਂ ਨੂੰ ਕਿਹਾ ਸੀ। ਔਰ ਗੁਰੂ ਸਾਹਿਬ ਦਾ ਜਵਾਬ, ਗੁਰੂ ਸਾਹਿਬ ਦੀ ਇੱਕ ਬਹੁਤ ਹੀ ਵੱਡੀ ਔਰ ਬਹੁਤ ਹੀ ਸੋਹਣੀ ਚੀਜ਼ ਸੀ ਕਿ ਗੁਰੂ ਸਾਹਿਬ ਮੁਖੋਂ ਨਹੀਂ ਕੁਝ ਬੋਲਦੇ ਸਨ। ਅਗਰ ਕੋਈ ਤਾਰੀਫ ਕਰਦਾ ਸੀ ਜਾਂ ਕਿਸੇ ਨੂੰ ਕੋਈ ਗੱਲ ਗੁਰੂ ਸਾਹਿਬ ਦੀ ਚੰਗੀ ਲੱਗਦੀ ਸੀ, ਕੋਈ ਰਾਹੇ ਪੈਂਦਾ ਸੀ, ਅਗਰ ਉਹ ਕੁਝ ਗੁਰੂ ਸਾਹਿਬ ਦੇ ਬਾਰੇ ਵਿੱਚ ਕਹਿੰਦਾ ਸੀ, ਤੇ ਗੁਰੂ ਸਾਹਿਬ ਮੁਖੋਂ ਨਹੀਂ ਸਨ ਬੋਲਦੇ। ਗੁਰੂ ਸਾਹਿਬ ਸਿਰਫ ਇੱਕ ਉਂਗਲ ਖੜੀ ਕਰਦੇ ਸਨ ਕਿ ਇਹ ਜੋ ਕੁਝ ਵੀ ਹੈ ਉਸ ਇੱਕ ਦਾ ਹੈ, ਉਸ ਅਕਾਲ ਪੁਰਖ ਦਾ ਹੈ, ਉਸ ਪਿਤਾ ਦਾ ਹੈ, ਮੇਰਾ ਕੁਝ ਨਹੀਂ ਹੈ। ਤਾਂ ਕਿ ਮਨ ਦੇ ਵਿੱਚ ਕਿਤੇ ਮੈਂ ਕਹਿਣ ਦੇ ਨਾਲ ਵੀ ਹੰਕਾਰ ਨਾ ਆ ਜਾਵੇ। ਜਦੋਂ ਗੁਰੂ ਸਾਹਿਬ ਜਾਣ ਲੱਗੇ, ਦਸਤਗੀਰ ਨੇ ਰਸਤਾ ਰੋਕ ਲਿਆ। ਗੁਰੂ ਸਾਹਿਬ ਨਹੀਂ ਜਾਣਾ, ਇੱਥੇ ਰਹੋ, ਅਸੀਂ ਇੱਥੇ ਵਿਚਰਾਂਗੇ, ਅਸੀਂ ਤੁਹਾਡੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਵਾਂਗੇ। ਪਰ ਗੁਰੂ ਸਾਹਿਬ ਨੇ ਕਿਹਾ, ਗੁਰੂ ਸਾਹਿਬ ਦਾ ਫਰਮਾਨ, ਦਸਤਗੀਰ ਤੂੰ ਪਹਿਲੇ ਦਿਨ ਕਿਹੜੇ ਸ਼ਬਦ ਕਹੇ ਸਨ? ਦਸਤਗੀਰ ਬੋਲਿਆ, ਗੁਰੂ ਸਾਹਿਬ, ਮੈਂ ਇਹ ਕਿਹਾ ਸੀ ਕਿ ਸਾਰੇ ਸੰਸਾਰ ਦੇ ਅਗਰ ਫੁੱਲਾਂ ਨੂੰ ਇਕੱਠਾ ਕਰ ਲਿਆ ਜਾਵੇ, ਉਹਨਾਂ ਦੀ ਸੁਗੰਧੀ ਨੂੰ ਇਕੱਠਾ ਕਰ ਲਿਆ ਜਾਵੇ, ਤਾਂ ਉਸ ਦੀ ਮਹਿਕ ਜਿਹੜੀ ਹੈ ਉਹ ਆਪ ਦੇ ਬਚਨਾਂ ਤੋਂ ਕਿਤੇ ਘੱਟ ਰਹਿ ਜਾਏਗੀ। ਆਪ ਦੇ ਬਚਨਾਂ ਦੀ ਮਹਿਕ, ਆਪ ਦੇ ਸ਼ਬਦਾਂ ਦੀ ਮਹਿਕ ਇਤਨੀ ਉੱਤਮ ਹੈ। ਤਾਂ ਗੁਰੂ ਸਾਹਿਬ ਨੇ ਕਿਹਾ, ਦਸਤਗੀਰ, ਉਸ ਸਰੀਰ ਦੇ ਨਾਲ ਨਾ ਜੁੜ, ਉਸ ਸ਼ਬਦ ਦੇ ਨਾਲ ਜੁੜ ਜੋ ਤੈਨੂੰ ਇਤਨਾ ਮਿੱਠਾ ਤੇ ਇਤਨਾ ਸੁਗੰਧੀ ਵਾਲਾ ਲੱਗਾ ਹੈ। ਅਸਾਂ ਤਾਂ ਹੋਰ ਵੀ ਕਿਤੇ ਜਾਣਾ ਹੈ। ਕਿਤਨਾ ਸਫ਼ਰ ਕੀਤਾ ਗੁਰੂ ਸਾਹਿਬ ਨੇ, ਇੱਕ ਇੱਕ ਕਦਮ ਚੱਲ ਕੇ, ਹਰ ਇੱਕ ਦਰ ਤੇ ਜਾ ਕੇ ਹਰ ਇੱਕ ਨੂੰ ਸਿੱਧੇ ਰਾਹ ਪਾਇਆ ਸੀ ਗੁਰੂ ਸਾਹਿਬ ਨੇ। ਉਸ ਗੁਰੂ ਸਾਹਿਬ ਦੀ ਬਾਣੀ ਅਸੀਂ ਵਿਚਾਰ ਰਹੇ ਹਾਂ, ਉਹਨਾਂ ਦਾ ਕੋਈ ਸ਼ਬਦ ਸਾਡੇ ਮਨ ਦੇ ਵਿੱਚ ਵਸ ਜਾਵੇ, ਬਸ ਇਹੀ ਅਰਦਾਸ ਹੈ। ਕੋਈ ਐਸਾ ਤੀਰ ਵੱਜ ਜਾਵੇ ਜੋ ਉਸ ਦੇ ਪ੍ਰੇਮ ਦੇ ਵਿੱਚ, ਉਸ ਦੇ ਪਿਆਰ ਦੇ ਵਿੱਚ, ਉਸ ਦੇ ਚਰਨਾਂ ਦੇ ਵਿੱਚ ਮਨ ਟਿਕ ਜਾਵੇ। ਗੁਰਬਾਣੀ ਨੂੰ ਉਚਾਰਨਾ, ਗੁਰਬਾਣੀ ਦੀ ਵਿਆਖਿਆ, ਇਸ ਲਈ ਸਭ ਤੋਂ ਪਹਿਲਾਂ ਹਿਰਦੇ ਦੇ ਵਿੱਚ ਉਸ ਪਿਤਾ ਦੇ ਲਈ ਪ੍ਰੇਮ ਤੇ ਹੋਵੇ। ਅਸੀਂ ਕਿਸ ਦੀ ਗੱਲ ਸੁਣਦੇ ਹਾਂ, ਜੇ ਕਿਸੇ ਰਿਸ਼ਤੇਦਾਰ ਦੀ ਜਾਂ ਕਿਸੇ ਸੱਜਣ ਮਿੱਤਰ ਦੀ ਵੀ ਅਸੀਂ ਉਸ ਦੀ ਗੱਲ ਸੁਣਦੇ ਹਾਂ ਜਿਹਦੇ ਲਈ ਹਿਰਦੇ ਦੇ ਵਿੱਚ ਪਿਆਰ ਹੋਵੇ। ਅਗਰ ਹਿਰਦੇ ਦੇ ਵਿੱਚ ਪਿਆਰ ਨਹੀਂ ਹੈ, ਅਸੀਂ ਗੱਲ ਸੁਣੀ ਅਣਸੁਣੀ ਕਰ ਦਿੰਦੇ ਹਾਂ। ਆਓ ਗੁਰੂ ਸਾਹਿਬ ਜੀ ਕੀ ਫਰਮਾਨ ਕਰ ਰਹੇ ਹਨ। ਜਪਜੀ ਸਾਹਿਬ ਦੀ ਇਹ ਪੌੜੀ ਜੋ ਹੈ ਬਹੁਤ ਮਹਾਨਤਾ ਵਾਲੀ ਹੈ। ਪਿਛਲੀਆਂ ਪੌੜੀਆਂ ਦੇ ਵਿੱਚ ਆਇਆ ਸੀ, ਏਤ ਰਾਹ ਪਤ ਪਵੜੀਆਂ ਚੜੀਏ ਹੋਏ ਅਕੀਸ, ਕਿ ਇਹ ਜਿਹੜੀਆਂ ਪੌੜੀਆਂ ਹਨ, ਇਹਨਾਂ ਤੇ ਚੜ੍ਹ ਕੇ ਅਸੀਂ ਉਸ ਅਕੀਸ, ਉਸ ਇੱਕ ਨੂੰ ਮਿਲ ਸਕਦੇ ਹਾਂ, ਉਸ ਇੱਕ ਦੀ ਪ੍ਰਾਪਤੀ ਹੋ ਸਕਦੀ ਹੈ। ਜਪਜੀ ਸਾਹਿਬ ਦੀਆਂ ਇਹਨਾਂ ਪੌੜੀਆਂ ਨੂੰ ਚੜ੍ਹ ਕੇ ਜਦੋਂ ਇਨਸਾਨ ਦੀ ਸਮਝ ਇੱਥੋਂ ਤੱਕ ਆਉਂਦੀ ਹੈ, ਇਸ ਪੌੜੀ ਤੱਕ ਆਉਂਦੀ ਹੈ, ਉਹ ਪੌੜੀਆਂ ਚੜ੍ਹਦਾ ਚੜ੍ਹਦਾ ਜਦੋਂ ਉਸ ਨਿਰੰਕਾਰ ਦੇ, ਉਸ ਪਰਮਾਤਮਾ ਦੇ ਨਜ਼ਦੀਕ ਹੁੰਦਾ ਹੈ ਤੇ ਇੱਥੇ ਪਹੁੰਚਦਾ ਹੈ, ਤੇ ਉੱਥੇ ਜਾ ਕੇ ਮਨੁੱਖ ਨੂੰ ਇਹ ਪਤਾ ਲੱਗਦਾ ਹੈ, ਉਸ ਦੀ ਗਿਆਨ
ਜੋ ਹੈ, ਉਸ ਦੀ ਮਨੁੱਖ ਦੀ ਜੋ ਸੁਰਤੀ ਹੈ, ਇਸ ਨੂੰ ਇਹ ਹੀ ਸਮਝ ਲੱਗਦੀ ਹੈ। ਗੁਰੂ ਸਾਹਿਬ ਦੀ ਮੁੱਖ ਵਾਕ ਜੋ ਹੈ, ਮੁੱਖ ਪੰਕਤੀ ਜੋ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਇਹ ਗੱਲ ਇਨਸਾਨ ਦੇ ਸਮਝ ਦੇ ਵਿੱਚ ਆ ਜਾਂਦੀ ਹੈ। ਪਰਮਾਤਮਾ ਕੀ ਹੈ? ਉਹ ਇੱਕ ਵਿਅਕਤੀ ਨਹੀਂ ਹੈ, ਉਹ ਇੱਕ ਤਾਕਤ ਹੈ, ਉਹ ਇੱਕ ਸ਼ਕਤੀ ਹੈ। ਉਹ ਪਰਮਾਤਮਾ ਸੱਚ ਹੈ। ਉਸ ਪਰਮਾਤਮਾ ਦਾ ਹੋਣਾ ਸੱਚ ਹੈ, ਮੇਰਾ ਹੋਣਾ ਝੂਠ ਹੈ, ਮੇਰਾ ਕਰਨਾ ਝੂਠ ਹੈ, ਮੇਰਾ ਮੰਨਣਾ ਝੂਠ ਹੈ, ਮੇਰੀ ਹਰ ਗੱਲ, ਮੇਰਾ ਹਰ ਕਰਮ ਝੂਠ ਹੈ। ਸਿਰਫ ਉਹ ਪਰਮਾਤਮਾ ਸੱਚਾ ਹੈ। ਮੈਂ ਨਹੀਂ ਹਾਂ, ਸਿਰਫ ਤੂੰ ਹੈ। ਮੈਂ ਦੀ ਦੀਵਾਰ ਜੋ ਹੈ, ਇਸ ਨੂੰ ਹੀ ਗਿਰਾਉਣਾ ਹੈ। ਗੁਰੂ ਸਾਹਿਬ ਨੇ ਗੱਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ। ਕਿਮ ਸਚਿਆਰਾ ਹੋਈਐ, ਕਿਮ ਕੂੜੈ ਟੁੱਟੈ ਪਾਲ। ਉਸ ਕੂੜ ਦੀ ਪਾਲ ਨੂੰ, ਉਸ ਝੂਠ ਦੀ ਕੰਧ ਨੂੰ ਕਿਸ ਤਰ੍ਹਾਂ ਗਿਰਾਈਏ। ਉਹ ਪਰਿਪੂਰਨ ਪਰਮਾਤਮਾ ਜੋ ਹੈ, ਉਹ ਤਾਕਤ ਹੈ, ਉਹ ਸ਼ਕਤੀ ਹੈ। ਕਿੰਨੀ ਕੁ ਸ਼ਕਤੀ ਹੈ, ਕਿਤਨਾ ਕੁ ਵੱਡਾ ਹੈ ਪਰਮਾਤਮਾ, ਕਿਤਨਾ ਕੁ ਤਾਣ ਹੈ ਉਸਦਾ। ਇਹ ਵੀ ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਹੈ, ਕੀਤਾ ਤਾਣ ਸਵਾਲਿਓ ਰੂਪ। ਕੌਣ ਹੈ ਜੋ ਉਸ ਦੇ ਤਾਣ ਨੂੰ, ਉਸ ਦੀ ਸ਼ਕਤੀ ਨੂੰ, ਉਸ ਦੀ ਮਹਾਨਤਾ ਨੂੰ ਦੱਸ ਸਕੇ? ਕੌਣ ਉਸ ਨੂੰ ਤੱਕੜੀ ਵਿੱਚ ਤੋਲ ਸਕੇ? ਕੌਣ ਉਸ ਦਾ ਨਾਪ ਤੋਲ ਲੈ ਸਕੇ? ਐਸੀ ਕਿਸੇ ਕੋਲ ਕਹਿਤ ਹੀ ਨਹੀਂ ਹੈ ਕਿ ਉਸ ਦੇ ਬਾਰੇ ਦੇ ਵਿੱਚ ਕੋਈ ਕੁਝ ਕਹਿ ਸਕੇ ਜਾਂ ਉਸ ਨੂੰ ਕੋਈ ਨਾਪ ਤੋਲ ਸਕੇ। ਉਹ ਪਿਤਾ ਦਾ ਤਾਣ, ਉਸ ਪਿਤਾ ਦੀ ਸ਼ਕਤੀ ਕਿਤਨੀ ਹੈ, ਇਹ ਕੋਈ ਨਹੀਂ ਜਾਣ ਸਕਦਾ। ਸੁਰਤ ਸਿਖਰ ਤੇ ਚਲੇ ਗਈ ਤਾਂ ਪਤਾ ਲੱਗਾ ਕਿ ਸਭ ਕੁਝ ਹੋ ਰਿਹਾ ਹੈ, ਕੁਝ ਕੀਤਾ ਨਹੀਂ ਜਾ ਰਿਹਾ। ਅਸੀਂ ਕਹਿ ਦਿੰਦੇ ਹਾਂ ਇਹ ਪਰਮਾਤਮਾ ਤੋਂ ਕਰ ਰਿਹਾ ਹੈ, ਅਸੀਂ ਕੁਝ ਨਹੀਂ ਕਰ ਰਹੇ, ਸਾਡੇ ਹੱਥ ਦੇ ਵਿੱਚ ਕੁਝ ਨਹੀਂ ਹੈ। ਪਰ ਇਹ ਚੀਜ਼ ਉਦੋਂ ਹੀ ਪ੍ਰਵਾਨ ਹੋਵੇਗੀ, ਉਸ ਚੀਜ਼ ਦਾ ਸਾਡੇ ਮਨ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ ਇਹ ਅਨੁਭਵ ਹੋਵੇ ਕਿ ਵਾਕਿਆ ਹੀ ਹੋ ਰਿਹਾ ਹੈ। ਸਾਡੇ ਕੋਲ ਇਤਨੀ ਗੁਰਬਾਣੀ ਹੋਵੇ, ਸਾਡੇ ਕੋਲ ਇਤਨਾ ਨਾਮ ਹੋਵੇ ਕਿ ਸਾਨੂੰ ਇਸ ਚੀਜ਼ ਦੀ ਸਮਝ ਆ ਜਾਵੇ, ਜੋ ਪਿਛਲੀਆਂ ਪੌੜੀਆਂ ਸਨ ਉਹਨਾਂ ਦੀ ਸਮਝ ਆ ਜਾਵੇ, ਤਾਂ ਕਿ ਸਾਡਾ ਅਨੁਭਵ ਇਹ, ਸਾਡਾ ਹਿਰਦਾ ਇਹ ਕਵੇ ਕਿ ਇਹ ਪਿਤਾ ਜੋ ਕੁਝ ਹੋ ਰਿਹਾ ਹੈ ਤੂੰ ਕਰ ਰਿਹਾ ਹੈ, ਮੈਂ ਨਹੀਂ ਕਰ ਰਿਹਾ। ਨਹੀਂ ਤੇ ਕਹਿਣ ਦੇ ਨਾਲ ਕੁਝ ਨਹੀਂ ਹੋਣਾ। ਜਦ ਤੱਕ ਕੋਈ ਵੀ ਚੀਜ਼ ਹਿਰਦੇ ਤੋਂ ਨਹੀਂ ਆਉਂਦੀ, ਉਦੋਂ ਤੱਕ ਉਹਦਾ ਅਸਰ ਨਹੀਂ ਹੁੰਦਾ। ਇੱਥੇ ਜਾ ਕੇ ਇਸ ਸਿਖਰ ਤੇ ਪਹੁੰਚ ਕੇ ਹੀ ਕਿਹਾ ਹੈ ਕਿ ਇਹ ਪਿਤਾ ਜੋ ਕੁਝ ਵੀ ਹੋ ਰਿਹਾ ਹੈ, ਸਭ ਕੁਝ ਆਪਣੇ ਆਪ ਹੋ ਰਿਹਾ ਹੈ। ਜੀਵਨ ਦੀਆਂ 3 ਘਟਨਾਵਾਂ, ਬਚਪਨ, ਜਵਾਨੀ, ਬੁਢਾਪਾ, ਇਹ ਜੀਵਨ ਦੇ ਵਿੱਚ ਘਟਦੀਆਂ ਹਨ। ਇਹ ਕੀਤੀਆਂ ਨਹੀਂ ਜਾਂਦੀਆਂ। ਹੁਣ ਇੱਕ ਬੱਚਾ ਇਹ ਕਵੇ ਕਿ ਮੈਂ ਬਚਪਨ ਦੇ ਵਿੱਚ ਰਵਾਂ, ਮੈਂ ਜਵਾਨੀ ਦੇ ਵਿੱਚ ਨਾ ਜਾਵਾਂ, ਹੋ ਨਹੀਂ ਸਕਦਾ। ਕਿਉਂਕਿ ਇਹ ਪਰਮਾਤਮਾ ਦਾ ਨਿਯਮ ਹੈ, ਪਰਮਾਤਮਾ ਦੀ ਨਿਯਮਾਵਲੀ ਹੈ, ਪਰਮਾਤਮਾ ਦਾ ਕਾਨੂੰਨ ਹੈ। ਜੋ ਬੱਚਾ ਹੈ ਉਸਨੇ ਜਵਾਨ ਹੋਣਾ ਹੈ, ਇਹ ਪਿਤਾ ਦਾ ਕਰਮ ਹੈ, ਇਹ ਨਿਯਮ ਹੈ ਉਸ ਪਿਤਾ ਦਾ। ਇਸ ਨੂੰ ਕੋਈ ਰੋਕ ਨਹੀਂ ਸਕਦਾ। ਕੋਈ ਬੱਚਾ ਕਹੇ ਮੈਂ ਜਵਾਨੀ ਦੇ ਵਿੱਚ ਨਹੀਂ ਜਾਣਾ, ਨਹੀਂ ਹੋ ਸਕਦਾ, ਕਿਉਂਕਿ ਇਹ ਘਟਨਾ ਘਟ ਰਹੀ ਹੈ, ਇਹ ਇਨਸਾਨ ਤੋਂ ਨਹੀਂ ਰੋਕ ਸਕਦਾ। ਕੋਈ ਜਵਾਨ ਇਹ ਕਹੇ ਕਿ ਮੈਂ ਬੁੱਢਾ ਨਹੀਂ ਹੋਣਾ ਚਾਹੁੰਦਾ, ਉਹ ਰੁਕੇਗਾ ਨਹੀਂ। ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦੇ ਹਨ ਕਿ ਜਦੋਂ ਬੁਢਾਪੇ ਨੇ ਜਵਾਨੀ ਦੇ ਦਸਤਕ ਦਿੱਤੀ ਉਹਦੇ ਦਰ ਦੇ ਉੱਤੇ, ਤੇ ਕਹਿੰਦਾ ਨਹੀਂ ਮੈਂ ਇੱਥੇ ਰਹਿਣਾ ਹਾਂ। ਪਰ ਉੱਥੇ ਵੀ ਬੁਢਾਪਾ ਜਿੱਤ ਗਿਆ, ਜਵਾਨੀ ਨੂੰ ਜਾਣਾ ਪਿਆ ਔਰ ਬੁਢਾਪੇ ਦਾ ਉੱਥੇ ਵਸੇਬਾ ਹੋਇਆ। ਇਹ ਇਨਸਾਨ ਤੇਰੇ ਜੀਵਨ ਦੀਆਂ ਇਹ ਘਟਨਾਵਾਂ ਜੋ ਹਨ ਇਤਨੀਆਂ ਅਹਿਮ ਹਨ। ਤੇਰੀ ਨਬਜ਼ ਚੱਲ ਰਹੀ ਹੈ, ਤੇਰੇ ਸਵਾਸ ਚੱਲ ਰਹੇ ਹਨ, ਇਹ ਸਭ ਕੁਝ ਹੋ ਰਿਹਾ ਹੈ। ਇਹ ਤੂੰ ਨਹੀਂ ਕਰ ਰਿਹਾ, ਤੂੰ ਸਾਹ ਨਹੀਂ ਲੈ ਰਿਹਾ। ਰਾਤ ਨੂੰ ਸੁੱਤਾ ਪਿਆ ਹੈ, ਤੂੰ ਕੌਣ ਸਾਹ ਲੈ ਰਿਹਾ ਹੈ? ਇਹ ਉਹ ਪਰਮਾਤਮਾ ਹੈ। ਇਹ ਕਿਰਿਆ ਹੈ ਜੋ ਉਸ ਪਰਮਾਤਮਾ ਦੀ ਹੈ, ਉਸ ਦਾ ਨਿਯਮ ਹੈ ਜੋ ਚੱਲ ਰਿਹਾ ਹੈ। ਇਹ ਬੰਦੇ ਤੇਰੇ ਹੱਥ ਦੇ ਵਿੱਚ ਕੁਝ ਨਹੀਂ ਹੈ। ਇਹ ਜੀਵਨ ਦੇ ਦਰਿਆ ਜੋ ਹਨ ਇਹ ਚੱਲ ਰਹੇ ਹਨ। ਹੁਣ ਇੱਕ ਦਰਿਆ ਹੀ ਆਖੇ ਕਿ ਮੈਂ ਸਮੁੰਦਰ ਦੇ ਵਿੱਚ ਮਿਲਣਾ ਹੈ, ਮੈਂ ਕੋਸ਼ਿਸ਼ ਕਰ ਰਿਹਾ ਹਾਂ। ਦਰਿਆ ਨਿਵਾਣ ਦੀ ਤਰਫ ਵਗਦਾ ਹੈ। ਇਹ ਕੁਦਰਤ ਦਾ ਨਿਯਮ ਹੈ। ਉਹ ਆਪਣੇ ਆਪ ਵਿੱਚ ਮਾਣ ਕਰੇ, ਪਰ
ਉਹ ਦਰਿਆ ਜੋ ਹੈ ਉਹ ਕੁਦਰਤ ਦੇ ਨਿਯਮ ਦੇ ਨਾਲ ਚੱਲ ਰਿਹਾ ਹੈ ਔਰ ਨਿਯਮ ਦੇ ਨਾਲ ਹੀ ਨਿਵਾਣ ਵੱਲ ਚੱਲ ਰਿਹਾ ਹੈ ਔਰ ਉਸ ਨੂੰ ਚਲਾਉਣ ਦੇ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ। ਉਸ ਪਰਿਪੂਰਨ ਪਰਮਾਤਮਾ ਦੀ ਸ਼ਕਤੀ ਕੰਮ ਕਰ ਰਹੀ ਹੈ। ਇਹ ਜੀਵਨ ਦੇ ਦਰਿਆ ਵੀ ਜੋ ਹਨ ਅਸੀਂ ਮਾਣ ਕਰ ਲੈਂਦੇ ਹਾਂ, ਅਸੀਂ ਕੀਤਾ ਹੈ ਸਭ ਕੁਝ, ਪਰ ਨਹੀਂ, ਗੁਰੂ ਸਾਹਿਬ ਕਹਿ ਰਹੇ ਹਨ ਨਹੀਂ, ਜਨਮ ਮਰਨ ਸਭ ਕੁਝ ਉਹਦੇ ਹੱਥ ਦੇ ਵਿੱਚ ਹੈ। ਉਹਦੇ ਵਿਚਕਾਰ ਦਾ ਜੀਵਨ ਵੀ ਉਸੇ ਦੇ ਹੱਥ ਵਿੱਚ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਇਸਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਐ ਬੰਦੇ, ਜੇ ਤੇਰੇ ਹੱਥ ਵਿੱਚ ਕੁਝ ਹੈ ਤਾਂ ਕੁਝ ਹੋਣਾ ਚਾਹੀਦਾ ਸੀ ਤੇਰੇ ਹੱਥ ਵਿੱਚ। ਤੇਰੀ ਮੁੱਠੀ ਤੇ ਖਾਲੀ ਹੈ। ਤੂੰ ਤੇ ਝੂਠ ਦੇ ਦਾਅਵੇ ਕਰ ਰਿਹਾ ਹੈ ਕਿ ਤੇਰੀ ਮੁੱਠੀ ਭਰੀ ਹੋਈ ਹੈ, ਤੂੰ ਕੁਝ ਕੀਤਾ ਹੈ। ਨਹੀਂ, ਗੁਰੂ ਸਾਹਿਬ ਵੀ ਫਰਮਾ ਰਹੇ ਹਨ ਇਹ ਸਭ ਕੁਝ ਹੋ ਰਿਹਾ ਹੈ। ਇਸ ਪੌੜੀ ਦਾ ਜੋ ਗਿਆਨ ਹੈ, ਇਸ ਦੀ ਜੋ ਮੁੱਖ ਪੰਕਤੀ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ। ਜੇ ਕੋਈ ਮਾਣ ਕਰਦਾ ਹੈ ਤੇ ਕੋਈ ਕਰਕੇ ਦਿਖਾਵੇ। ਐ ਬੰਦੇ, ਜੇ ਤੂੰ ਕਹਿਣਾ ਜਿਸ ਹੱਥ ਜੋਰ ਕਰ ਵੇਖੈ ਸੋਏ, ਤੂੰ ਕਰਕੇ ਤੇ ਦਿਖਾ, ਤੂੰ ਕੁਝ ਵੀ ਨਹੀਂ ਕਰ ਸਕੇਗਾ। ਉਹ ਸਾਹਿਬ ਹੀ ਸਭ ਕੁਝ ਕਰ ਰਿਹਾ ਹੈ। ਉਹ ਕਰ ਹੀ ਨਹੀਂ ਰਿਹਾ, ਉਹ ਕਰਕੇ ਵੇਖ ਵੀ ਰਿਹਾ ਹੈ। ਅਸੀਂ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ? ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਦਿਨ ਹੀ ਬਣਾ ਲਈਏ ਕਿ ਉਹ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ। ਇਹ ਗੱਲ ਸਾਡੀ ਚੇਤਨਾ ਦੇ ਵਿੱਚ ਹੋਵੇ, ਇਹ ਗੱਲ ਸਾਡੇ ਦਿਮਾਗ ਦੇ ਵਿੱਚ ਹੋਵੇ, ਗੱਲ ਸਾਡੇ ਹਿਰਦੇ ਦੇ ਵਿੱਚ ਹੋਵੇ, ਸਾਡਾ ਜੀਵਨ ਬਦਲ ਜਾਏਗਾ। ਜਦੋਂ ਅਸੀਂ ਹਰ ਵਕਤ ਕਹਾਂਗੇ ਕਿ ਉਹ ਪਰਮਾਤਮਾ ਸਾਡੇ ਨਾਲ ਹੈ, ਤੁਸੀਂ ਕੋਈ ਵੀ ਬੁਰਾ ਕੰਮ ਕਰਨ ਤੋਂ ਪਹਿਲਾਂ ਸੋਚੋਗੇ ਕਿ ਪਰਿਪੂਰਨ ਪਰਮਾਤਮਾ ਨਾਲ ਹੈ, ਮੈਂ ਨਹੀਂ ਕਰਨਾ। ਦਾਸ ਦਾਵੇ ਨਾਲ ਕਹਿੰਦਾ ਹੈ ਕਿ 2 ਮਹੀਨੇ ਵੀ ਨਹੀਂ ਬੀਤਣਗੇ ਕਿ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਪਰਿਵਰਤਨ ਹੋਣਾ ਸ਼ੁਰੂ ਹੋ ਜਾਏਗਾ, ਜਦੋਂ ਤੁਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਨਾਲ ਰੱਖੋਗੇ। ਗੁਰੂ ਸਾਹਿਬ ਜੀ ਦਾ ਫਰਮਾਨ, ਐ ਬੰਦੇ, ਤੂੰ ਕਹਿ ਰਿਹਾ ਹੈ ਕਿ ਤੂੰ ਕਰ ਰਿਹਾ ਹੈ, ਪਰ ਇਹ ਸਭ ਕੁਝ ਹੋ ਰਿਹਾ ਹੈ ਆਖਣ ਜੋਰ, ਚੁੱਪੈ ਨਹਿ ਜੋਰ। ਸਭ ਤੋਂ ਪਹਿਲੀ ਕਿਰਿਆ ਕਹਿਣ ਦੀ, ਬੋਲਣ ਦੀ। ਐ ਬੰਦੇ, ਤੂੰ ਬੋਲ ਨਹੀਂ ਰਿਹਾ। ਇਹ ਤੇਰੇ ਵਿੱਚ ਕੋਈ ਸ਼ਕਤੀ ਕੰਮ ਕਰ ਰਹੀ ਹੈ, ਉਸ ਪਰਮਾਤਮਾ ਦੀ ਜੋ ਤੈਨੂੰ ਬੁਲਾ ਰਿਹਾ ਹੈ। ਕਈ ਵਾਰੀ ਅਸੀਂ ਕੀ ਕਹਿ ਦਿੰਦੇ ਹਾਂ ਕਿ ਮੈਨੂੰ ਇੱਥੇ ਗੱਲ ਕਹਿਣੀ ਚਾਹੀਦੀ ਸੀ ਪਰ ਮੈਂ ਕਹੀ ਨਹੀਂ। ਕਿਉਂ ਨਹੀਂ ਕਹੀ? ਉਹਦੇ ਪਿੱਛੇ ਇੱਕ ਸ਼ਕਤੀ ਕੰਮ ਕਰਦੀ ਹੈ। ਉਹ ਬੋਲ ਤੇਰੇ ਮੁਖ ਤੋਂ ਕਿਸ ਤਰ੍ਹਾਂ ਨਿਕਲ ਜਾਂਦੇ ਜਦ ਉਸ ਪਰਮਾਤਮਾ ਨੂੰ ਮਨਜ਼ੂਰ ਨਹੀਂ ਹਨ। ਤੂੰ ਅਗਰ ਚੁੱਪ ਵੀ ਰਹਿਣਾ ਚਾਹੁੰਦਾ ਹੈ, ਆਖਣ ਜੋਰ, ਕਹਿਣ ਦੇ ਵਿੱਚ ਤੇਰਾ ਜ਼ੋਰ ਨਹੀਂ ਹੈ। ਆਖਣ ਜੋਰ, ਚੁੱਪੈ ਨਹਿ ਜੋਰ। ਤੇ ਨਾ ਤੇਰਾ ਚੁੱਪ ਰਹਿਣ ਦੇ ਵਿੱਚ ਵੀ ਕੋਈ ਜ਼ੋਰ ਹੈ। ਤੂੰ ਪਛਤਾਤਾਪ ਕਰ ਰਿਹਾ ਹੁੰਦਾ ਹੈ, ਆਹ ਗੱਲ ਮੈਂ ਕਹਿਣੀ ਸੀ ਨਹੀਂ ਕਹੀ, ਆਹ ਗੱਲ ਮੈਂ ਕਹਿ ਦਿੱਤੀ ਹੈ, ਮੈਨੂੰ ਨਹੀਂ ਕਹਿਣੀ ਚਾਹੀਦੀ ਸੀ। ਸਾਡਾ ਪਛਤਾਤਾਪ ਹੁੰਦਾ ਇੱਥੇ। ਅਸੀਂ ਇਸੇ ਕਰਕੇ ਦੂਸਰਿਆਂ ਤੋਂ ਕਈ ਵਾਰੀ ਸਾਨੂੰ ਮਾਫੀ ਵੀ ਮੰਗਣੀ ਪੈਂਦੀ ਹੈ, ਕਿਉਂਕਿ ਉਹ ਗਲਤੀ ਹੁੰਦੀ, ਪਰ ਅਸੀਂ ਬੋਲ ਜਾਂਦੇ ਹਾਂ। ਕਿਉਂ ਬੋਲ ਜਾਂਦੇ ਹਾਂ? ਕਿਉਂਕਿ ਉਹ ਪਰਮਾਤਮਾ ਨੂੰ ਮਨਜ਼ੂਰ ਹੈ, ਤੇਰੇ ਨਾਲ ਹੋਣਾ ਹੀ ਇਸ ਤਰ੍ਹਾਂ ਸੀ। ਤੇਰੇ ਜੀਵਨ ਦਾ ਜੋ ਸਾਰਾ ਚੱਕਰ ਹੈ ਉਹ ਪਰਿਪੂਰਨ ਪਰਮਾਤਮਾ ਚਲਾ ਰਿਹਾ, ਤੂੰ ਨਹੀਂ ਚਲਾ ਰਿਹਾ। ਗੁਰੂ ਸਾਹਿਬ ਨੇ ਐਵੇਂ ਨਹੀਂ ਸੀ ਕਿਹਾ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੇਰੇ ਕੋਲ ਕਿਤਨੀਆਂ ਕਰੋੜਾਂ, ਤੇਰੇ ਕੋਲ ਲੱਖਾਂ, ਤੇਰੇ ਕੋਲ ਸਿਆਣਪਾਂ ਹੋਣ, ਜੇ ਉਸ ਪਿਤਾ ਨੂੰ ਮਨਜ਼ੂਰ ਨਹੀਂ ਹੈ ਤੇ ਉਹ ਕਦੇ ਵੀ ਨਹੀਂ ਚੱਲੇਗੀ। ਤੂੰ ਆਪਣੀ ਮਰਜ਼ੀ ਨਹੀਂ ਕਰ ਸਕਦਾ। ਤੇਰੀ ਆਖਣੀ, ਤੇਰਾ ਚੁੱਪ ਰਹਿਣਾ ਜੋ ਹੈ, ਉਹਦੇ ਪਿੱਛੇ ਇੱਕ ਅਗੰਮੀ ਸ਼ਕਤੀ ਕੰਮ ਕਰ ਰਹੀ ਹੈ। ਉਸ ਪਰਿਪੂਰਨ ਪਰਮਾਤਮਾ ਦੀ ਸ਼ਕਤੀ ਕੰਮ ਕਰ ਰਹੀ ਹੈ। ਤੇਰਾ ਦਿਮਾਗ, ਉਹਦੇ ਵਿੱਚ ਪਰਮਾਤਮਾ ਨੇ ਸੋਚ ਪਾਈ ਹੈ, ਔਰ ਉਸ ਛੋਟੀ ਜਿਹੀ ਸੋਚ ਦੇ ਨਾਲ ਜਿਸਨੇ ਸੋਚ ਪਾਈ ਹੈ, ਤੂੰ ਉਹਦੇ ਬਾਰੇ ਹੀ ਸੋਚਣਾ ਚਾਹੁੰਦਾ ਹੈ। ਤੂੰ ਉਸ ਛੋਟੀ ਜਿਹੀ ਸੋਚ ਦੇ ਨਾਲ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਸੋਚ ਨੂੰ ਜਾਣਨਾ ਚਾਹੁੰਦਾ ਹੈ। ਤੇਰੇ 'ਚ ਦਿਲ ਪਾਇਆ ਹੈ, ਤੇਰੇ 'ਚ ਦਿਮਾਗ ਪਾਇਆ ਹੈ, ਤੇਰੇ 'ਚ ਤੈਨੂੰ ਸਵਾਸ ਦਿੱਤੇ ਹਨ, ਔਰ ਤੂੰ ਉਹਨਾਂ ਹੀ ਥੋੜ੍ਹੀਆਂ ਜਿਹੀਆਂ ਚੀਜ਼ਾਂ ਨੂੰ, ਗੁਰੂ ਨੇ ਥੋੜ੍ਹੀ ਜਿਹੀ ਤੇਰੇ 'ਤੇ ਕਿਰਪਾ ਕੀਤੀ, ਤੈਨੂੰ ਇੱਕ ਸੂਤ ਦੇ ਵਿੱਚ ਪਰੋ ਦਿੱਤਾ, ਔਰ ਤੂੰ ਮਾਣ ਕਰਨ ਲੱਗ ਗਿਆ। ਨਾ ਜਾਣੇ ਕਦੋਂ ਉਸਨੇ ਉਹ ਸੂਤ ਖਿੱਚ ਦੇਣਾ ਹੈ ਔਰ ਤੇਰਾ ਅੰਤ ਹੋ ਜਾਣਾ ਹੈ, ਪਰ ਤੂੰ ਉਸ ਪਰਿਪੂਰਨ ਪਰਮਾਤਮਾ ਨੂੰ ਉਸ ਦੀ ਹੀ ਦਿੱਤੀ ਹੋਈ ਚੀਜ਼ ਵਰਤ ਕੇ ਤੂੰ ਉਸ ਅਕਾਲ ਪੁਰਖ ਦਾ ਅੰਤ ਪਾਉਣਾ ਚਾਹੁੰਦਾ ਹੈ। ਨਹੀਂ, ਤੂੰ ਨਹੀਂ ਕਰ ਸਕਦਾ। ਕਈ ਕਹਿ ਦਿੰਦੇ ਹਨ 10ਵਾਂ ਦੁਆਰ ਖੁੱਲ ਗਿਆ ਹੈ, ਖੋਲਣਾ ਹੈ 10ਵਾਂ ਦੁਆਰ। ਐ ਬੰਦੇ, ਤੂੰ ਕਿਸ ਤਰ੍ਹਾਂ ਖੋਲ ਸਕਦਾ ਹੈ? ਪਰਮਾਤਮਾ ਕਹਿੰਦਾ ਜੇ ਮੈਂ ਬੰਦ ਕੀਤਾ ਹੋਇਆ ਹੈ ਤੇ ਤੂੰ ਕੌਣ ਹੈ ਖੋਲਣ ਵਾਲਾ? ਜਿਸ ਦਿਨ ਮੈਨੂੰ ਜ਼ਰੂਰਤ ਹੋਈ ਮੈਂ ਖੁਦ ਖੋਲਾਂਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਸੇ ਦਾ 10ਵਾਂ ਦੁਆਰ ਖੋਲ ਦੇਣਾ।
पर वो परमात्मा उतना ही दिंदा है जिन्नी साडी समर्था हुंदी है, जिन्नी साडी समझ हुंदी है। असीं बच्चे नूं उतने ही खिडौणे दिंदे हां, उतनियां ही चीज़ां दिंदे हां जिन्नियां वो संभाल के रख सके। जे असीं उसदे वित्त तो ज़्यादा बच्चे नूं देंगे, वो खराब करेगा, अपना जीवन खराब करेगा। यही साडा है, सानूं पिता उतनी ही शक्ति दिंदा है जितनी असीं वरत सकते हाँ, जितनी ते असीं काबिल हुंदे हाँ। बाकी वो परमात्मा दे लई ये चीज़ां कोई बहुत वड्डी गल नहीं है, किसी दा दसम द्वार खोल देना, क्योंकि साडी अवस्था नहीं हुंदी। एक महामुनि सी, ऐसे होए हन सिद्ध जोगी जो अपनी आत्मा नूं ही बाहर कढ लैंदे सन, अपने शरीर दे विचों अपनी आत्मा नूं बाहर कढ लैना। वो मुनि ते बन गया, उसने इस तरह दियां रिधियां सिद्धियां बहुत प्राप्त कर लईयां, पर उसके मन दे विच वासना सी। वो राजे दे दर ते मंगण जाया करता सी, और एक दिन उसनूं पता लगा कि राजे दी मौत हो गई है। उसने की कीता, अपनी आत्मा अपने शरीर दे विचों कड्ढी, उस राजे दे शरीर विच जाके पै गई, उसनूं जिंदा कर दिता। और कई साल उस परिवार दे विच रहा, अपनी वासना पूर्ति करता रहा। कि ये परमात्मा दा दर है? कि ये जुगतियां इस तरह दी चीज़ां परमात्मा दे दर नूं प्राप्त कर सकता है? बंदे तेरे बस कुछ नहीं है, जो करता है वो परिपूर्ण परमात्मा करता है, और उसदे ही तू हुक्म दे विच रहना है। जोर ना मंगण दे ना जोर। हुण मंगण दे विच भी जोर नहीं है, ना कोई मंग ही सकता है, किसी दे विच इतनी ताकत नहीं है कि मंग सके उसदे हुक्म तो बिना। हुण एक मंगता ही है, वो रोज सोचता है, उसदी रोज उसदी जमीर उसनूं कहंदी है कि तू मंग रहा है, पर वो हट नहीं सकता। क्यों? परमात्मा ने उसका सुभाव ही ऐसा बनाया है। दो मंगते सन, क्योंकि जो सुभाव बन जाता है वो चीज़ इंसान छड़ नहीं सकता। दो मंगते सन, एक मंगते ने कहा कि आप हुणे काम छड़ दईए, 50 साल हो गए इस काम करदिआं नूं, मेरा दिल नहीं करता, आप छड़ दईए। दूसरा मंगता कहन लगा, 50 साल उम्र बीत गई है काम करदिआं नूं, होर 10-20 साल है, जे आपां छड़ दिता है इनूं ते लोग की कहणगे कि इन्हां कोल मंग के भी पूरी नहीं पई, इन्हां मंगतिआं दी पूरी नहीं पई। ये जो सुभाव है वो इंसान को कदे भी छड्डण नहीं दिंदा। इंसान जिस जगह ते बैठ जाता है वो परमात्मा सुभाव पैदा करता है। दानी भी कोई तां ही होवेगा जे कोई मंगता होवेगा, तो वो परमात्मा दी ये जो क्रिया है, जोर ना मंगण दे ना जोर। उसके हुक्म तो बिना तेरा कोई जोर नहीं है कि तू किसी नूं दे दे। जे तू दानी है तो दानी तां ही हो सकता है जे कोई मंगण वाला अगे खड़ा है। जे मंगण वाला नहीं तो दानी किस तरह हो सकता है, और जे कोई देने वाला नहीं तो तू मंगता किस तरह हो सकता है। ये तो उस परमात्मा की जो क्रिया है वो पूरी की हुई है। गुरु साहब का फरमान है, एक दाते एक भिखारी जी, सब तेरे चोज वडाना है पिता। किते तू मंगता बन के फरियादा है, किते तू दाता बन के दान दे रहा है। धन धन श्री गुरु गोबिंद सिंह जी महाराज, कतहूँ सुचेत होए के चेतना को चार कियो, कतहूँ अचिंत होए को सोबत अचेत हो, कतहूँ भिखारी होए के मांगत फिरत पीख, कतहूँ महादान होए को मांगियो तन देत है। ए पिता, ये तेरे ही चोज हन। एक मंगते नूं कह दिओ नहीं मंगना, वो मंगण तो बाज नहीं आवेगा। एक दाते नूं जिन्ना मर्जी जोर ला लो कि तू नहीं देना, वो देण तो बाज नहीं आएगा। एक फुल नूं कह दिओ तू खुशबू नहीं देनी, वो देवेगा। बदला नूं कह दिओ तुसीं वरसना नहीं, वो वरसणगे। सुभाव है, वो परमात्मा ने वो चीज़ पैदा की हुई है। और चंदन का दरख्त है, उसनूं को खुशबू नहीं देनी, नहीं बाज आएगा, क्योंकि उस परमात्मा का जो शक्ति है, उसकी जो अगम्य शक्ति है, वो उसके पीछे काम कर रही है। अगर कोई मंगता कहे मैं मंग रहा हाँ, उसकी अज्ञानता है। अगर कोई दानी ये कहता है मैं दे रहा हाँ, ये भी उसकी अज्ञानता है। वो परमात्मा जो है, एक दाते एक भिखारी जी, सब तेरे चोज वडाना। जोर ना मंगण देण ना जोर, जोर ना जीवन मरण न जोर। हुण जिहड़ियां जीवन दीयां सब तो महान घटनावां हन, साडे जीवन दे विच वरतदियां हन, वो की है? जमना ते मरना। ऐ इंसान, ये दोनों ही तेरे वस दे विच नहीं है।
ਨਾ ਜੰਮਣਾ ਤੇਰੇ ਵਸ ਦੇ ਵਿੱਚ ਹੈ, ਜਾਂ ਮਰਨਾ ਤੇਰੇ ਵਸ ਦੇ ਵਿੱਚ ਨਹੀਂ ਹੈ। ਇਹ ਪਰਮਾਤਮਾ ਦੀ ਕਿਰਿਆ ਹੈ, ਇਹਦੇ ਪਿੱਛੇ ਇੱਕ ਸ਼ਕਤੀ ਕੰਮ ਕਰ ਰਹੀ ਹੈ। ਔਰ ਜੰਮਣ ਔਰ ਮਰਨ ਦੇ ਵਿਚਕਾਰ ਦਾ ਜੋ ਜੀਵਨ ਹੈ ਉਹ ਵੀ ਉਸ ਪਰਿਪੂਰਨ ਪਰਮਾਤਮਾ ਦੇ ਹੀ ਰੰਗ ਦੇ ਵਿੱਚ ਹੈ। ਅਸੀਂ ਕੋਈ ਘਰ ਹੀ ਬਣਾਉਣਾ ਹੋਵੇ, ਅਸੀਂ ਕਦੇ ਘਰ ਕੋਲੋਂ ਪੁੱਛਦੇ ਹਾਂ ਤੈਨੂੰ ਬਣਾਈਏ ਕਿ ਨਾ ਬਣਾਈਏ। ਅਸੀਂ ਉਸ ਘਰ ਦਾ ਰੰਗ ਰੋਗਨ, ਉਸ ਦੀ ਸਾਰੀ ਸਜਾਵਟ ਜੋ ਹੈ ਆਪਣੇ ਹਿਸਾਬ ਨਾਲ ਕਰਦੇ ਹਾਂ। ਅਸੀਂ ਉਸ ਨੂੰ ਨਾ ਢਾਉਣ ਲੱਗੇ ਪੁੱਛਦੇ ਹਾਂ ਤੇ ਨਾ ਉਸ ਨੂੰ ਬਣਾਉਣ ਲੱਗੇ ਪੁੱਛਦੇ ਹਾਂ ਤੂੰ ਬਣਨਾ ਵੀ ਹੈ ਕਿ ਨਹੀਂ। ਔਰ ਉਹਦਾ ਹਰ ਨਕਸ਼, ਉਸ ਦੀ ਹਰ ਕਾਰੀਗਰੀ ਜੋ ਹੈ ਅਸੀਂ ਕਰਦੇ ਹਾਂ। ਇੱਕ ਮਹਾਨ ਕਾਰੀਗਰ ਹੈ ਉਹ ਪਰਿਪੂਰਨ ਪਰਮਾਤਮਾ, ਉਹ ਅਕਾਲ ਪੁਰਖ। ਉਸਨੇ ਸਾਨੂੰ ਨਹੀਂ ਪੁੱਛਿਆ ਤੇਰਾ ਚਿਹਰਾ ਕਿਸ ਤਰ੍ਹਾਂ ਦਾ ਬਣਾਵਾਂ, ਤੇਰੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਬਣਾਵਾਂ, ਤੈਨੂੰ ਨੈਣ ਨਕਸ਼ ਕਿਸ ਤਰ੍ਹਾਂ ਦੇ ਦਿਆਂ, ਤੇਰਾ ਕੱਦ ਕਿੰਨਾ ਤੈਨੂੰ ਕਰਾਂ। ਨਹੀਂ, ਉਹ ਕਾਰੀਗਰ ਨੇ ਸਰੀਰ ਕੱਢ ਦਿੱਤਾ ਹੈ ਬੰਦੇ, ਉੱਥੇ ਹੀ ਤੇਰਾ ਕੋਈ ਜ਼ੋਰ ਨਹੀਂ ਹੈ। ਔਰ ਨਾ ਤੇਰਾ ਮਰਨ ਦੇ ਵਿੱਚ ਜ਼ੋਰ ਹੈ। ਕਈ ਵਾਰੀ ਨਾਸਤਿਕ ਲੋਕ ਕਹਿ ਦਿੰਦੇ ਹਨ ਚਲੋ ਜੰਮਣ ਜੋ ਹੈ, ਜੰਮਣਾ ਜੋ ਹੈ ਉਹ ਤੇ ਪਰਮਾਤਮਾ ਦੇ ਹੱਥ ਹੈ, ਲੇਕਿਨ ਮਰਨਾ ਜੋ ਹੈ ਉਹ ਅਸੀਂ ਖੁਦਕਸ਼ੀ ਕਰ ਸਕਦੇ ਹਾਂ। ਇਹ ਨਾਸਤਿਕ ਲੋਕ ਕਹਿ ਦਿੰਦੇ ਹਨ ਕਿ ਜੋ ਮਰਨਾ ਹੈ ਉਹ ਪਰਮਾਤਮਾ ਦੇ ਵਸ ਨਹੀਂ ਹੈ। ਇਹ ਬੰਦੇ ਉਹ ਖੁਦਕਸ਼ੀ ਕਰਨ ਦਾ ਮਾਹੌਲ ਕੌਣ ਪੈਦਾ ਕਰਦਾ ਹੈ? ਤੇਰੇ ਉਹ ਹਾਲਾਤ ਕੌਣ ਪੈਦਾ ਕਰਦਾ ਹੈ ਕਿ ਤੂੰ ਖੁਦਕਸ਼ੀ ਕਰੇ? ਉਹ ਹਾਲਾਤ ਉਹ ਪਰਿਪੂਰਨ ਪਰਮਾਤਮਾ ਪੈਦਾ ਕਰਦਾ ਹੈ ਤੂੰ ਖੁਦਕਸ਼ੀ ਕਰ ਸਕੇ। ਉਹ ਵੀ ਤੇਰੇ ਵਸ ਦੇ ਵਿੱਚ ਨਹੀਂ ਹੈ। ਉਸ ਪਰਮਾਤਮਾ ਨੇ ਜੋ ਲਿਖਿਆ ਹੈ, ਉਸ ਪਰਮਾਤਮਾ ਨੇ ਜੋ ਦਿੱਤਾ ਹੈ, ਉਹ ਸਭ ਕੁਝ ਉਸ ਪਰਮਾਤਮਾ ਦਾ ਹੈ। ਔਰ ਉਹ ਪਰਮਾਤਮਾ ਹਰ ਕਿਰਿਆ ਦੇ ਵਿੱਚ ਸ਼ਾਮਲ ਹੈ, ਹਰ ਵੇਲੇ ਤੇਰੇ ਨਾਲ ਹੈ, ਹਰ ਵੇਲੇ ਤੈਨੂੰ ਦੇਖ ਰਿਹਾ ਹੈ ਤੂੰ ਕੀ ਕਰ ਰਿਹਾ ਹੈ, ਕੀ ਨਹੀਂ ਕਰ ਰਿਹਾ। ਕਿਉਂਕਿ ਇਨਸਾਨ ਦੇ ਕੋਲ ਆਜ਼ਾਦੀ ਹੈ, ਹੋਰ ਜਾਨਵਰਾਂ ਦੇ ਕੋਲ ਆਜ਼ਾਦੀ ਨਹੀਂ ਹੈ। ਉਹਨਾਂ ਦਾ ਕਿਤਨਾ ਖਾਣਾ ਪੀਣਾ, ਕਿਤਨਾ ਉਹਨਾਂ ਨੇ ਜੋ ਦੁੱਧ ਦੇਣਾ ਜਾਂ ਕੁਛ ਉਹ ਸੀਮਤ ਹੈ, ਪਰ ਇੱਕ ਸਿਰਫ ਇਨਸਾਨ ਹੈ। ਅਗਰ ਤੇਰੇ ਕਦਮ ਚੱਲ ਰਹੇ ਹਨ ਤਾਂ ਕਿਸ ਪਾਸੇ ਨੂੰ ਚੱਲ ਰਹੇ ਹਨ? ਤੇਰੇ ਲੱਤਾਂ ਦੇ ਵਿੱਚ ਤਾਕਤ ਦਿੱਤੀ ਹੈ ਪਰਮਾਤਮਾ ਨੇ, ਉਹ ਤੇਰੀ ਮਰਜ਼ੀ ਹੈ। ਤੂੰ ਗੁਰਦੁਆਰੇ ਜਾ ਰਿਹਾ ਹੈ ਜਾਂ ਤੂੰ ਕਲੱਬ ਦੇ ਵਿੱਚ ਜਾ ਰਿਹਾ ਹੈ। ਉਹ ਜੋ ਸ਼ਕਤੀ ਹੈ ਉਹ ਪਰਮਾਤਮਾ ਦੀ ਹੈ ਜਿਸ ਨੇ ਇੱਕ ਦਿਨ ਤੇਰੇ ਕੋਲੋਂ ਖੋਹ ਲੈਣੀ ਹੈ, ਔਰ ਫਿਰ ਤੂੰ ਕੁਝ ਵੀ ਨਹੀਂ ਕਰ ਸਕੇਗਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਵੀ ਕਰਦੇ ਹਾਂ। ਅਸੀਂ 5 ਮੰਜ਼ਿਲਾ ਘਰ ਖਰੀਦ ਲੈਂਦੇ ਹਾਂ, ਗੁਰੂ ਸਾਹਿਬ ਨੂੰ ਸਭ ਤੋਂ ਉੱਪਰ 5 ਮੰਜ਼ਿਲ ਤੇ, ਉੱਥੇ ਅਸੀਂ ਗੁਰੂ ਸਾਹਿਬ ਦਾ ਸਰੂਪ ਰੱਖ ਦਿੰਦਾ ਹਾਂ। ਜਦੋਂ ਦਿਲ ਕੀਤਾ ਚਲੇ ਜਾਵਾਂਗੇ। ਐ ਪਿਤਾ, ਨਾ ਤੇਰਾ ਸਾਡੇ ਘਰ ਦੇ ਵਿੱਚ ਕੋਈ ਦਖਲ, ਨਾ ਸਾਡਾ ਤੇਰੇ ਵਿੱਚ ਕੋਈ ਦਖਲ। ਕਿਸੇ ਦਾ ਬਜ਼ੁਰਗ ਬੜਾ ਤੰਗ ਕਰਦਾ ਸੀ, ਉਹਨਾਂ ਸਭ ਤੋਂ ਉੱਪਰਲੀ ਮੰਜ਼ਿਲ ਤੇ ਰੱਖ ਦਿੱਤਾ। ਉਹ ਚੱਲ ਨਹੀਂ ਸੀ ਸਕਦਾ, ਉਹਨੂੰ ਖਾਣਾ ਪਾਣੀ ਉੱਥੇ ਦਿੰਦੇ ਰਹੇ ਤਾਂ ਕਿ ਉਹ ਥੱਲੇ ਨਾ ਆ ਜਾਵੇ, ਸਾਡੇ ਜੀਵਨ ਦੇ ਵਿੱਚ ਦਖਲ ਨਾ ਦੇ ਜਾਵੇ। ਅਸੀਂ ਗੁਰੂ ਨੂੰ ਮੰਨਦੇ ਹਾਂ, ਪਰ ਅਸੀਂ ਗੁਰੂ ਨੂੰ ਕਹਿੰਦੇ ਹਾਂ ਇਹ ਗੁਰੂ ਸਾਡੇ ਜੀਵਨ ਦੇ ਵਿੱਚ ਦਖਲ ਨਾ ਦੇ। ਅਸੀਂ ਜੋ ਕਰਨਾ ਚਾਹੁੰਦੇ ਹਾਂ ਉਹ ਸਾਨੂੰ ਕਰਨ ਦੇ। ਪਰ ਗੁਰਬਾਣੀ ਜੋ ਹੈ ਸਾਨੂੰ ਹਰ ਪਲ ਤੇ ਮਨ ਨੂੰ ਠੋਕਰ ਮਾਰਦੀ ਹੈ, ਇਹ ਬੰਦੇ ਤੂੰ ਕਰ ਰਿਹਾ ਗਲਤ ਹੈ। ਸਾਡੇ ਹਰ ਸਮੇਂ 2 ਵਿਚਾਰ ਮਨ ਦੇ ਵਿੱਚ ਆਉਂਦੇ ਹਨ, ਇੱਕ ਆਉਂਦਾ ਹੈ ਕਰ ਲਾ, ਇੱਕ ਰੋਕਦਾ ਹੈ ਸਾਨੂੰ। ਅਸੀਂ ਕੋਈ ਵੀ ਕਰਮ ਕਰਦੇ ਹਾਂ ਸਾਨੂੰ ਰੋਕਦਾ ਹੈ। ਕੌਣ ਰੋਕਦੀ ਹੈ? ਉਹ ਆਤਮਾ ਜੋ ਉਸ ਪਰਮਾਤਮਾ ਦੀ ਪਿਆਸੀ ਹੈ, ਉਹ ਸਾਨੂੰ ਰੋਕਦੀ ਹੈ, ਬੰਦਿਆ ਕੰਮ ਨਾ ਕਰ। ਪਰ ਮਨ ਕਹਿੰਦਾ ਹੈ ਕਰਦੇ, ਕੋਈ ਗੱਲ ਨਹੀਂ ਹੈ। ਉਸੇ ਹੀ ਕਰਮਾਂ ਦੇ ਚੱਕਰ ਦੇ ਵਿੱਚ ਜੋ ਹੈ ਅਸੀਂ ਜੋ ਤੁਰੇ ਫਿਰਦੇ ਹਾਂ, ਉਹ ਪਰਮਾਤਮਾ ਜੋ ਹੈ ਉਹ ਹੀ ਸਭ ਕੁਝ ਕਰ ਰਿਹਾ ਹੈ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਇਹ ਬੰਦੇ, ਨਾ ਤੇਰਾ ਜੀਵਨ ਤੇ ਜ਼ੋਰ ਹੈ, ਨਾ ਮਰਨ ਤੇ ਜ਼ੋਰ ਹੈ, ਨਾ ਜਨਮ ਤੇ ਜ਼ੋਰ ਹੈ। ਇਹ ਸਾਰਾ ਕੁਝ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਜ਼ੋਰ ਨਾ ਰਾਜ ਮਾਲ ਮਨਸੂਰ। ਇਹ ਮਨ ਦੇ ਵਿੱਚ ਜੋ ਸ਼ੋਰ ਸ਼ਰਾਬਾ ਹੈ, ਮੈਨੂੰ ਆਹ ਚਾਹੀਦਾ ਹੈ, ਮੈਨੂੰ ਉਹ ਚਾਹੀਦਾ ਹੈ, ਮੇਰੇ ਕੋਲ ਆਹ ਚੀਜ਼ ਹੋਣੀ ਚਾਹੀਦੀ ਹੈ, ਮੇਰੇ ਕੋਲ ਉਹ ਚੀਜ਼ ਹੋਣੀ ਚਾਹੀਦੀ ਹੈ, ਇਹ ਸ਼ੋਰ ਸ਼ਰਾਬਾ ਜੋ ਹੈ ਇਹ ਪਰਮਾਤਮਾ ਨੇ ਹੀ ਤੇਰੇ ਪਾਇਆ ਹੈ। ਇਹ ਤੇਰਾ ਜ਼ੋਰ ਨਹੀਂ ਹੈ, ਤੇਰਾ ਜ਼ੋਰ ਨਹੀਂ ਇਹਦੇ ਤੇ। ਕਿਉਂਕਿ ਅਗਰ ਉਹ ਪਰਮਾਤਮਾ ਇਹ ਸ਼ੋਰ ਸ਼ਰਾਬਾ ਨਾ ਪਾਉਂਦਾ ਤੇ ਦੁਨੀਆ ਤੇ ਕੁਝ ਬਣਨਾ ਹੀ ਨਹੀਂ ਸੀ। ਜੇ ਆਦਮੀ ਨੂੰ ਕਿਸੇ ਚੀਜ਼ ਦੀ ਚਾਹਤ ਹੀ ਨਾ ਹੋਵੇ, ਉਹ ਤੇ ਕੋਨੇ 'ਚ ਬੈਠ ਜਾਏਗਾ। ਜਿਸ ਤਰ੍ਹਾਂ ਸੱਪ ਹੈ, ਸੱਪ ਦੀ ਮਿੱਟੀ ਖੁਰਾਕ ਹੈ, ਉਹ 6-6 ਮਹੀਨੇ ਖੁੱਡ ਦੇ ਵਿੱਚ ਪਿਆ ਰਹਿੰਦਾ ਹੈ। ਪਰਮਾਤਮਾ ਨੇ ਇਨਸਾਨ ਦੀ ਖੁਰਾਕ ਹੀ ਇਤਨੀ ਕਿਉਂ ਮਹਿੰਗੀ ਬਣਾਈ, ਇਤਨੀ ਕਰੜੀ ਕਿਉਂ ਬਣਾਈ, ਤਾਂ ਕਿ ਇਨਸਾਨ ਕੁਝ ਕਰ ਸਕੇ। ਇਸ ਸੰਸਾਰ ਨੂੰ ਇੰਨਾ ਸੋਹਣਾ ਬਣਾਉਣ ਦਾ ਇਹੀ ਅਰਥ ਹੈ ਕਿ ਇਨਸਾਨ ਰੋਜੀ ਦੇ ਮਗਰ ਭੱਜਿਆ ਔਰ ਉਹਨੇ ਇਤਨਾ ਖੂਬਸੂਰਤ ਸਭ ਕੁਝ ਤਿਆਰ ਕਰ ਦਿੱਤਾ। ਔਰ ਇਹਦੇ ਪਿੱਛੇ ਜੋ ਹੈ ਉਹ ਅਗੰਮੀ ਸ਼ਕਤੀ ਕੰਮ ਕਰ ਰਹੀ ਹੈ, ਉਹ ਪਰਮਾਤਮਾ ਦੀ ਸ਼ਕਤੀ ਕੰਮ ਕਰ ਰਹੀ ਹੈ। ਇਹ ਜੋ ਸ਼ੋਰ ਸ਼ਰਾਬਾ ਹੈ ਇਹ ਵੀ ਮਹਾਨ ਹੈ, ਕਿਉਂਕਿ ਅਗਰ ਫੁੱਲ ਖੂਬਸੂਰਤ ਹੈ, ਖੁਸ਼ਬੂਦਾਰ ਹੈ, ਅਸੀਂ ਉਸ ਨੂੰ ਬਣਾਉਣ ਲਈ, ਉਸ ਨੂੰ ਪੈਦਾ ਕਰਨ ਲਈ ਕੀ ਪਾਉਂਦੇ ਹਾਂ? ਜ਼ਮੀਨ ਦੇ ਵਿੱਚ ਰੂੜੀ ਪਾਉਂਦੇ ਹਾਂ।
ਉਹ ਬਦਬੂਦਾਰ ਹੈ। ਪਰ ਅਗਰ ਅਸੀਂ ਉਹ ਨਾ ਪਾਈਏ ਤੇ ਉਹ ਫੁੱਲ ਨਹੀਂ ਹੋਣਗੇ, ਜਾਂ ਜੋ ਵੀ ਅਸੀਂ ਚੀਜ਼ ਬੀਜੀ ਉਹ ਨਹੀਂ ਹੋਵੇਗੀ। ਇਸ ਲਈ ਜੇ ਫੁੱਲ ਦੀ ਮਹਾਨਤਾ ਹੈ ਤੇ ਰੂੜੀ ਦੀ ਵੀ ਮਹਾਨਤਾ ਹੈ। ਜੇ ਸੰਤੋਖ ਸਾਡੇ ਜੀਵਨ ਦੇ ਵਿੱਚ ਹੈ ਤੇ ਉਹ ਅਸੰਤੋਖ ਤੋਂ ਪੈਦਾ ਹੋਇਆ ਹੈ, ਉਹ ਉਸੇ ਹੀ ਚੀਜ਼ ਤੋਂ ਪੈਦਾ ਹੋਇਆ ਹੈ, ਤੇਰੇ ਸ਼ੋਰ ਸ਼ਰਾਬੇ ਤੋਂ ਪੈਦਾ ਹੋਇਆ ਹੈ। ਸੰਤੋਖ ਜੇ ਵੱਡੀ ਦੌਲਤ ਹੈ ਤੇ ਅਸੰਤੋਖ ਵੀ ਵੱਡੀ ਦੌਲਤ ਹੈ, ਕਿਉਂਕਿ ਉਸ ਤੋਂ ਹੀ ਸੰਤੋਖ ਪੈਦਾ ਹੋਇਆ ਇਸ ਸੰਸਾਰ ਦੇ ਵਿੱਚ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹਨ ਇਹ ਉਸ ਪਰਮਾਤਮਾ ਦੇ ਹੁਕਮ ਨੂੰ ਮਨਾਉਂਦੀਆਂ ਹਨ, ਔਰ ਉਹ ਜੋ ਹੈ ਹੁਕਮ ਮੰਨਣ ਦੇ ਲਈ ਜੋ ਹੈ ਉਹ ਤ੍ਰਿਸ਼ਨਾ ਤੋਂ ਸੰਤੋਖ ਪੈਦਾ ਹੁੰਦਾ ਹੈ, ਕ੍ਰੋਧ ਤੋਂ ਨਿਰਮਾਣਤਾ ਪੈਦਾ ਹੁੰਦੀ ਹੈ, ਲੋਭ ਤੋਂ ਦਾਨ ਦਾ ਜਨਮ ਹੁੰਦਾ ਹੈ, ਝੂਠ ਤੋਂ ਤੰਗ ਆ ਕੇ ਬੰਦਾ ਸੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ। ਔਰ ਇਹ ਗਿਆਨ ਜਦੋਂ ਆ ਜਾਵੇ ਕਿ ਮੈਂ ਸੱਚ ਬੋਲਣਾ ਹੈ, ਇਹ ਸੰਤੋਖ ਜੋ ਹੈ, ਇਹ ਸੱਚ ਬੋਲ ਕੇ ਸੰਤੋਖ ਦੇ ਵਿੱਚ ਰਹਿਣਾ ਹੈ, ਨਿਰਮਾਣਤਾ ਦੇ ਵਿੱਚ ਰਹਿਣਾ ਹੈ, ਉਸ ਦਿਨ ਸਿਮਰਨ ਦਾ ਫੁੱਲ ਸਾਡੇ ਝੋਲੀ ਦੇ ਵਿੱਚ ਪੈ ਜਾਂਦਾ ਹੈ। ਫੁੱਲ ਖੂਬਸੂਰਤ ਹੈ, ਰੂੜੀ ਵੀ ਘੱਟ ਨਹੀਂ, ਫੁੱਲ ਕੋਮਲ ਹੈ, ਪਰ ਯਾਦ ਰੱਖੋ ਉਸ ਦਾ ਬੀਜ ਬਹੁਤ ਸਖਤ ਹੁੰਦਾ ਹੈ। ਹਰ ਚੀਜ਼ ਦੇ ਵਿੱਚ, ਹਰ ਨੈਗੇਟਿਵ ਦੇ ਪੋਜ਼ਿਟਿਵ ਦੇ ਵਿੱਚ ਨੈਗੇਟਿਵ ਦਾ ਮਹੱਤਵ ਵੀ ਹੁੰਦਾ ਹੈ। ਇਸ ਲਈ ਪਰਮਾਤਮਾ ਨੇ ਜੋ ਚੀਜ਼ ਪੈਦਾ ਕੀਤੀ ਹੈ, ਫੁੱਲ ਨੂੰ ਪੈਦਾ ਕੀਤਾ ਹੈ, ਨਾਲ ਕੰਡੇ ਵੀ ਪੈਦਾ ਕੀਤੇ ਹਨ ਕਿ ਉਸ ਦੀ ਸੁਰੱਖਿਆ ਹੋ ਸਕੇ। ਲੇਕਿਨ ਇਹ ਸਾਡੀ ਸਮਝ ਜੋ ਪਰਮਾਤਮਾ ਨੇ ਦਿੱਤੀ ਹੈ, ਅਸੀਂ ਚੂਜ਼ ਕਰਨਾ ਹੈ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਕਰਨਾ ਹੈ। ਜੀਵਨ ਉਸ ਪਰਮਾਤਮਾ ਨੇ ਦਿੱਤਾ, ਉਹਦੇ ਨਾਲ ਕੰਡੇ ਦਿੱਤੇ ਹੈ, ਜਿਸ ਤਰ੍ਹਾਂ ਫੁੱਲ ਦੇ ਵਿੱਚ ਹਨ, ਦੁੱਖ ਦਿੱਤੇ ਹਨ। ਪਰ ਅਸੀਂ ਜੋ ਉਸ ਪਰਮਾਤਮਾ ਨੂੰ, ਜੇ ਅਸੀਂ ਕਿਸੇ ਨੂੰ ਫੁੱਲ ਪ੍ਰੈਜ਼ੈਂਟ ਕਰਦੇ ਹਾਂ, ਅਸੀਂ ਉਸ ਦੇ ਪਹਿਲਾਂ ਸਭ ਤੋਂ ਕੰਡੇ ਲਾਉਂਦੇ ਹਾਂ ਟਾਹਣੀਆਂ ਦੇ ਨਾਲੋਂ, ਕਿ ਦੇਣ ਵਾਲੇ ਨੂੰ ਕਿਤੇ ਉਹਦੇ ਕੰਡਾ ਨਾ ਚੁੱਭ ਜਾਵੇ। ਅਗਰ ਅਸੀਂ ਉਸ ਪਰਮਾਤਮਾ ਨੂੰ ਆਪਣਾ ਇਹ ਜੀਵਨ ਦਾਨ ਦੇਣਾ ਹੈ, ਅਸੀਂ ਮਰ ਕੇ ਉਸ ਪਰਮਾਤਮਾ ਤੋਂ ਦੇਣਾ, ਤੇ ਅਸੀਂ ਕਮ ਸੇ ਕਮ ਆਪਣੇ ਜੋ ਕੰਡੇ ਹਨ, ਜੋ ਸਾਡੇ ਵਿੱਚ ਖਾਮੀਆਂ ਹਨ, ਉਹਨਾਂ ਨੂੰ ਦੂਰ ਕਰ ਲਈਏ, ਤਾਂ ਕਿ ਅਸੀਂ ਇਹ ਜੀਵਨ ਰੂਪੀ ਫੁੱਲ ਜੋ ਹੈ ਉਸ ਪਰਮਾਤਮਾ ਨੂੰ ਭੇਟ ਕਰ ਸਕੀਏ ਕਿ ਇਹ ਪਰਮਾਤਮਾ ਜੋ ਤੂੰ ਬਖਸ਼ਿਆ ਸੀ, ਤੇਰੇ ਨਾਮ ਸਿਮਰਨ ਦੇ ਨਾਲ, ਤੇਰੇ ਨਾਲ ਜੁੜ ਕੇ ਤੇਰੇ ਤੱਕ ਆਉਣ ਦੇ ਕਾਬਲ ਹੋ ਸਕਿਆ ਹੈ। ਪਰ ਇਹ ਜੋ ਹੈ, ਇਹ ਸਾਡੀ ਸੋਚ ਸਮਝ ਔਰ ਜੋ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ, ਉਹ ਅਸੀਂ ਯੂਜ਼ ਕਰਨੀ ਹੈ। ਪੈਸਾ ਦਿੱਤਾ ਹੈ, ਉਸ ਦਾ ਤੁਸੀਂ ਦਾਨ ਕਰਨਾ ਹੈ, ਉਸਨੂੰ, ਉਸ ਦਾ ਕੋਈ ਗੁਰੂਦੁਆਰਾ ਬਣਾਉਣਾ ਹੈ, ਉਸ ਦੀ ਕੋਈ ਸੇਵਾ ਕਰਨੀ ਹੈ, ਜਾਂ ਉਸ ਦਾ ਇੱਕ ਕਲੱਬ ਬਣਾਉਣਾ ਹੈ, ਇਹ ਤੁਹਾਡੇ ਵੱਸ ਦੇ ਵਿੱਚ ਹੈ। ਉਸ ਮਾਇਆ ਪਰਮਾਤਮਾ ਨੇ ਦਿੱਤੀ, ਉਸ ਨੂੰ ਯੂਜ਼ ਤੁਸੀਂ ਕਿੱਥੇ ਕਰਨਾ ਹੈ, ਇਹ ਪਰਮਾਤਮਾ ਨੇ ਜੋ ਹੈ ਉਹ ਸਮਝ ਦਿੱਤੀ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋ ਮਨ ਦੀ ਇਕਾਗਰਤਾ ਹੈ, ਇਹ ਬੰਦੇ ਇਹਦੇ ਵਿੱਚ ਵੀ ਤੇਰਾ ਵਸ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਅਸੀਂ ਬੰਦਗੀ ਕਰਨਾ ਚਾਹੁੰਦੇ ਹਾਂ, ਅਸੀਂ ਮਨ ਲਾਉਣਾ ਚਾਹੁੰਦੇ ਹਾਂ, ਮਨ ਇਕਾਗਰ ਨਹੀਂ ਹੁੰਦਾ, ਕਿਉਂਕਿ ਇਹ ਇਕਾਗਰਤਾ ਉਸ ਪਰਮਾਤਮਾ ਦੇ ਵਸ ਹੈ। ਉਹਨੇ ਸਾਨੂੰ ਕਦੋਂ ਇਕਾਗਰਤਾ ਬਖਸ਼ਣੀ ਹੈ, ਉਸਨੇ ਸਾਨੂੰ ਕਦੋਂ ਇਹ ਤਾਕਤ ਬਖਸ਼ਣੀ ਹੈ, ਕਦੋਂ ਇਹ ਟਿਕਾ ਬਖਸ਼ਣਾ ਹੈ, ਕਦੋਂ ਇਹ ਗਿਆਨ ਬਖਸ਼ਣਾ ਹੈ, ਇਹ ਉਸ ਪਰਮਾਤਮਾ ਦੇ ਵਸ ਦੇ ਵਿੱਚ ਹੈ। ਇਹ ਜੋ ਸੁਰਤੀ ਦਾ ਗਿਆਨ ਹੈ, ਜੋ ਵਿਚਾਰ ਹੈ, ਇਹਦੇ ਵਿੱਚ ਵੀ ਤੇਰਾ ਕੋਈ ਜ਼ੋਰ ਨਹੀਂ ਹੈ। ਉਸ ਪਰਿਪੂਰਨ ਪਰਮਾਤਮਾ ਦੀ ਜੋ ਸ਼ਕਤੀ ਹੈ, ਉਸ ਪਰਿਪੂਰਨ ਪਰਮਾਤਮਾ ਦਾ ਜੋ ਸਿਧਾਂਤ ਹੈ, ਉਹ ਕੰਮ ਕਰ ਰਿਹਾ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜੋ ਗਿਆਨ ਹੈ, ਜੋ ਸੁਰਤੀ ਹੈ, ਇਹ ਇੱਕ ਦਾਤ ਹੈ। ਕਿਸੇ ਨੂੰ ਕਹੋ ਕੋਈ ਭਗਤ ਹੋ ਕੇ ਦਿਖਾ ਦੇਵੇ, ਕੋਈ ਕੀਰਤਨੀਆ ਹੋ ਕੇ ਦਿਖਾ ਦੇਵੇ, ਕਿਸੇ ਕੋਲ ਗਿਆਨ ਆ ਜਾਵੇ, ਇਹ ਇਨਸਾਨ ਦੇ ਵਸ ਨਹੀਂ ਹੈ, ਇਹ ਪਰਮਾਤਮਾ ਦੀ ਦਾਤ ਹੈ। ਅਸੀਂ ਤੇ ਇੱਕ ਵਾਜੇ ਦੀ ਤਰ੍ਹਾਂ ਹਾਂ, ਹਾਰਮੋਨੀਅਮ ਦੀ ਤਰ੍ਹਾਂ ਹਾਂ। ਬਾਜ਼ਾਰ ਦੇ ਵਿੱਚ ਹਜ਼ਾਰਾਂ ਦੁਕਾਨਾਂ ਹਨ ਹਾਰਮੋਨੀਅਮ ਦੀਆਂ, ਲੇਕਿਨ ਉਸ ਦੀ ਕੀਮਤ ਕਦੋਂ ਪੈਂਦੀ ਹੈ? ਜਦੋਂ ਉਸ ਨੂੰ ਵਾਜੇ ਨੂੰ ਕੋਈ ਵਜਾਉਣ ਵਾਲਾ ਮਿਲਦਾ ਹੈ, ਜਦੋਂ ਕੋਈ ਕੀਰਤਨੀਆ ਮਿਲਦਾ ਹੈ, ਜਦੋਂ ਕੋਈ ਮਿਊਜ਼ਿਕ ਉਹਨੂੰ ਮਿਲਦਾ ਹੈ, ਉਦੋਂ ਉਹ ਵਾਜਾ ਵੱਜਦਾ ਹੈ। ਐ ਬੰਦੇ, ਤੂੰ ਆਪਣੇ ਜੀਵਨ ਰੂਪੀ ਵਾਜਾ ਉਸ ਪਰਮਾਤਮਾ ਨੂੰ ਦੇ ਦੇ ਤੇ ਕਹਿ, ਐ ਪਰਮਾਤਮਾ ਤੂੰ ਇਸ ਨੂੰ ਵਜਾ, ਤਾਂ ਅਸੀਂ ਸਫਲ ਹੋ ਸਕਾਂਗੇ। ਕਿਸੇ ਵੀ ਚੀਜ਼ ਦੀ ਕਦਰ ਉਹ ਹੀ ਹੁੰਦੀ ਹੈ ਜਿਸ ਨੂੰ ਅਸੀਂ ਸਹੀ ਢੰਗ ਨਾਲ ਜਿਸ ਦੀ ਵਰਤੋਂ ਕਰ ਰਹੇ ਹਾਂ। ਹੁਣ ਜਦੋਂ ਵੀ ਉਹ ਪਰਮਾਤਮਾ ਜਾਂ ਜੋ ਕੀਰਤਨੀਆ ਹੈ ਉਹਦੇ ਤੋਂ ਉਂਗਲਾਂ ਚੁੱਕ ਦਿੰਦਾ ਹੈ, ਇਸ ਦੀ ਆਵਾਜ਼ ਬੰਦ ਹੋ ਜਾਂਦੀ ਹੈ। ਔਰ ਜਿਸ ਦਿਨ ਉਸ ਪਰਮਾਤਮਾ ਨੇ ਸਾਡਾ ਵਾਜਾ ਵਜਾਉਣਾ ਬੰਦ ਕਰ ਦਿੱਤਾ, ਅਸੀਂ ਖਤਮ ਹੋ ਜਾਵਾਂਗੇ। ਉਸ ਪਰਮਾਤਮਾ ਦੀ, ਉਹ ਪਰਮਾਤਮਾ ਜੋ ਧੁਨ ਕੱਢਦਾ ਹੈ, ਉਹ ਨਿਕਲਣ ਦਿਓ। ਹੁਣ ਵਾਜਾ ਕਹਿ ਕੇ ਕੀਰਤਨੀਏ ਨੂੰ ਨਹੀਂ, ਤੂੰ ਆਹ ਧੁਨ ਕੱਢ,
नहीं, ਉਹਦੇ ਵਸ ਨਹੀਂ ਹੈ। ਉਹ ਕੀਰਤਨੀਏ ਨੇ ਧੁਨ ਕੱਢਣੀ ਹੈ ਕਿ ਤੂੰ ਕਿਹੜੀ ਧੁਨ ਕੱਢਣੀ ਹੈ, ਕਿਹੜਾ ਸ਼ਬਦ ਬੋਲਣਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ, ਸਾਡੇ ਕਰਮਾਂ ਦੇ ਵਿੱਚ ਉਹ ਧੁਨ ਪੈਦਾ ਕਰਨੀ ਹੈ। ਤੂੰ ਆਹ ਕਰਮ ਕਰਨਾ ਹੈ ਤਾਂ ਤੂੰ ਉਸ ਦੇ ਨਾਲ ਮਿਲ ਸਕੇਗਾ। ਇਸ ਲਈ ਉਸਦੀ ਰਹਿਮਤ ਤੇ, ਉਸਦੇ ਪਿਆਰ ਤੇ, ਉਸਦੀ ਬਖਸ਼ਿਸ਼ ਤੇ ਆਪਣੇ ਜੀਵਨ ਨੂੰ ਰਹਿਣ ਦਿਓ, ਤਾਂ ਕਿ ਉਹ ਪਰਿਪੂਰਨ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਸਕੇ। ਸਾਡੀਆਂ ਆਪਣੀਆਂ ਸਿਆਣਪਾਂ, ਸਾਡੀਆਂ ਆਪਣੀਆਂ ਸੋਚਾਂ ਜੋ ਹਨ ਉਹ ਕਿਤੇ ਸਿੱਟ ਦਈਏ, ਕਿਉਂਕਿ ਉਹ ਪਰਿਪੂਰਨ ਪਰਮਾਤਮਾ ਬਹੁਤ ਬੇਅੰਤ ਹੈ, ਬਹੁਤ ਬੇਅੰਤ ਹੈ, ਬਹੁਤ ਵੱਡਾ ਹੈ। ਅਸੀਂ ਕੁਛ ਨਹੀਂ ਹਾਂ। ਜੋਰ ਨਾ ਜੁਗਤੀ ਛੁੱਟੈ ਸੰਸਾਰ। ਜੁਗਤੀਆਂ ਦੇ ਨਾਲ ਸੰਸਾਰ ਨਹੀਂ ਕਦੇ ਛੁੱਟਦਾ। ਬਹੁਤ ਸਾਰੇ ਲੋਕ ਸਾਧਨਾ ਕਰਦੇ ਹਨ, ਸਿੱਧ ਲੋਕ ਸਾਧਨਾ ਕਰਦੇ ਹਨ, ਕਈ ਤਰ੍ਹਾਂ ਦੇ ਜੋ ਹੈ ਉਹ ਢੰਗ ਦੇ ਨਾਲ ਆਪਣੀਆਂ ਸਰੀਰਕ ਕਿਰਿਆਵਾਂ ਕਰਦੇ ਹਨ, ਪ੍ਰਾਣਾਯਾਮ ਕਰਦੇ ਹਨ। ਉਹਦੇ ਨਾਲ ਕੀ ਹੈ, ਸਾਡੇ ਸਰੀਰ ਦੀ ਕਿਰਿਆ ਤੇ ਬਦਲ ਸਕਦੀ ਹੈ, ਪਰ ਸਾਡੇ ਮਨ ਦੀ ਅਵਸਥਾ, ਹਾਂ ਥੋੜ੍ਹੀ ਬਹੁਤ ਇਕਾਗਰਤਾ ਜ਼ਰੂਰ ਮਿਲ ਸਕਦੀ ਹੈ। ਉਹਨਾਂ ਨੂੰ ਯੋਗਾ ਕੀਤਿਆਂ ਜਾਂ ਕੁਛ ਵੀ, ਇਨਸਾਨ ਦਾ ਕੋਈ ਥੋੜ੍ਹਾ ਬਹੁਤ ਸਰੀਰ ਜੋ ਹੈ ਉਹ ਸਹਿਜ ਦੇ ਵਿੱਚ ਆ ਜਾਂਦਾ ਹੈ, ਉਹਦੇ ਨਾਲ ਇਕਾਗਰਤਾ ਮਿਲ ਜਾਂਦੀ ਹੈ। ਪਰ ਜੁਗਤੀ ਦੇ ਨਾਲ ਤੁਸੀਂ ਇਸ ਸੰਸਾਰ ਤੋਂ ਛੁੱਟ ਜਾਓ ਉਸ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ, ਇਹ ਕਦੇ ਨਹੀਂ ਹੋ ਸਕਦਾ। ਅਸੀਂ ਕਈ ਵਾਰੀ ਦੇਖਦੇ ਹਾਂ ਕਈ ਲੋਕ ਸਾਧ ਬਣ ਜਾਂਦੇ ਹਨ, ਘਰ-ਬਾਰ ਛੁੱਟ ਗਿਆ, ਆਸ਼ਰਮ ਦਾ ਪਿਆਰ ਪੈ ਗਿਆ, ਕੋਈ ਆਸ਼ਰਮ ਬਣਾ ਲਿਆ, ਉੱਥੇ ਦਾ ਪਿਆਰ ਪੈ ਗਿਆ, ਧੀਆਂ ਪੁੱਤਾਂ ਦੇ ਨਾਲੋਂ ਸਾਥ ਛੁੱਟਿਆ, ਚੇਲਿਆਂ ਦਾ ਸਾਥ ਬਣ ਗਿਆ। ਇਹ ਜੋ ਚੀਜ਼ਾਂ ਅਸੀਂ ਛੱਡਦੇ ਹਾਂ ਔਰ ਉਹਨਾਂ ਦਾ ਦੂਸਰੇ ਤਰ੍ਹਾਂ ਬੰਧਨ ਪੈਦਾ, ਲੋਕ ਦਾ ਬੰਧਨ ਛੁੱਟਿਆ, ਪਰਲੋਕ ਦਾ ਬੰਧਨ ਪੈ ਗਿਆ। ਮੁਸਲਮਾਨ ਧਰਮ ਦੇ ਵਿੱਚ ਇੱਕ ਰੀਤ ਹੈ ਕਿ ਜੋ ਇਨਸਾਨ ਜਾਪ ਕਰਦਾ ਹੈ, ਜੋ ਇਨਸਾਨ ਪਰਮਾਤਮਾ ਨੂੰ ਮੰਨਦਾ ਹੈ, ਉਹਨੂੰ ਜੰਨਤ ਦੇ ਵਿੱਚ ਹੂਰਾਂ ਮਿਲਦੀਆਂ ਹਨ, ਜੰਨਤ ਦੇ ਵਿੱਚ ਸ਼ਰਾਬ ਦੇ ਦੌਰ ਚੱਲਦੇ ਹਨ, ਉੱਥੇ ਧਨ ਦੌਲਤ ਮਿਲਦਾ ਹੈ। ਹੁਣ ਇਨਸਾਨ ਦੀ ਸੋਚ ਦੇਖੋ, ਉਹ ਇੱਥੇ ਇੱਕ ਇਸਤਰੀ ਨੂੰ ਤਿਆਗਦਾ ਹੈ, ਮੈਨੂੰ ਉੱਥੇ ਹੂਰਾਂ ਮਿਲ ਸਕਣ। ਉਹ ਇੱਥੇ ਸ਼ਰਾਬ ਨੂੰ ਤਿਆਗਦਾ ਹੈ ਕਿ ਮੈਨੂੰ ਉੱਥੇ ਸੋਮਰਸ ਮਿਲ ਸਕੇ। ਉਹ ਇੱਥੇ ਥੋੜ੍ਹੇ ਜਿਹੇ ਧਨ ਦੌਲਤ ਨੂੰ ਤਿਆਗਦਾ ਹੈ ਕਿ ਮੈਨੂੰ ਉੱਥੇ ਮਹਿਲ ਮਿਲ ਸਕਣ। ਐ ਇਨਸਾਨ, ਤੂੰ ਤੇ ਇਸ ਲੋਕ ਦੇ ਵਿੱਚ ਸਦਾਚਾਰੀ ਇਸ ਲਈ ਹੋਇਆ ਕਿ ਤੂੰ ਉਸ ਲੋਕ ਦੇ ਵਿੱਚ ਦੁਰਾਚਾਰੀ ਹੋ ਸਕੇ। डॉक्टर इकबाल का कहना है, कहाँ ले जाऊं दिल दोनों जहां में मुश्किल है, यहाँ परियों का मजमा है, वहाँ हूरों की महफिल है। मैं ते पजल हो गया हाँ, मैं उस परलोक दे विच जावां कि इत्थे जावां। इहो जिहियां कहानियां हन। असीं उस परमात्मा नूं मिलना है निरस्वार्थ हो के, किसी भी तरह की कोई शर्त लैके असीं उस परमात्मा नूं नहीं मिलना। मनुख की कल्पना है कि उत्थे सोमरस पीवांगे, उत्थे महलों दे विच रवांगे, ये सब निकारा है। उस गुरु की प्राप्ति सिर्फ ते सिर्फ बिना किसी शर्त रखे ते पूरी हुंदी है, निस्वार्थ दे विच पूरी हुंदी है। निस्वार्थ हो के सेवा करनी ही उस परमात्मा दा सच्ची सेवा है। डॉक्टर इकबाल ने एक जगह होर किया, बहिश्तो हूरो गिलमा इनसे न मानूंगा, इन्हीं बातों में एवाइज ययत अमान होता है। कहता मैं परलोक दीयां गल्लां नहीं मनदा, इहो जिहियां जो मन घड़त गल्लां हन मैं नहीं मनदा। कहता इहदे नाल जिहड़ा मेरा ईमान है वो डोलदा है। ए बंदे उसकी भगती जो है, उस परमात्मा की भगती जो है उसनूं निस्वार्थ होके कर, जिस हथ जोर कर वेखे सोए। ए बंदे, जे तू ये सोचता है कि तेरे हथ विच जोर है, अपना सुभाव बदल के दिखा दे, अपना रंग रूप बदल के दिखा दे, तू अपना जन्म मरण का जो चक्कर है उन्होंने बदल के दिखा दे, फिर मैं मन जावांगा कि तेरे हथ दे विच जोर है। पर ये जो जोर है उस परिपूर्ण परमात्मा, जिस हथ जोर कर वेखे सोए। अगर कोई नहीं मानता करके देख लवे। नानक उत्तम नीच ना कोए। गुरु साहिब की अंतिम पंक्ति। जदों सानू ये समझ पै जाती है कि कोई उच्चा नहीं है, कोई नीवा नहीं है, कोई नीच नहीं है, कोई भी जो इंसान है वो जो है नीवा नहीं है, सब एक समान हैं। कोई ठाकुर नहीं है, कोई दाता नहीं है, कोई भिखारी नहीं है, असीं सब इक्को हाँ। उस तो बिना जो है ये दशा जदों बनती है कि वो परमात्मा जो है वो ही सब कुछ है। इसलिए गुरु नानक देव जी महाराज ने कहा सी, हम नहीं चंगे बुरा नहीं कोई,
प्रणमत नानक तारे सोए। कोई बुरा नहीं है, कोई नीच नहीं है, कोई वड्डा नहीं है, कोई छोटा नहीं है, कोई चेला नहीं है, कोई गुरु नहीं है, सब समान है। ये ब्रह्म ज्ञान की दृष्टि है। बुरा दिखाई दिंदा है तुहानू संसार दे विच कि कोई बुरा है। ए बंदे, संसार दे विच बुराई नहीं है, इसका मतलब है कि तेरे अंदर किते ना किते बुराई छिपी हुई है। वो जिहड़ी तेरी बुराई है वो दूसरिਆਂ ਨੂੰ बुरा बुरा कह रही है। वो तेरी बुराई जो है दूसरिਆਂ ਵਿੱਚ बुराई प्रगट कर रही है। कोई भी बुरा नहीं है, असल ਦੇ ਵਿੱਚ ਤੂੰ बुरा है। इसलिए ਤੈਨੂੰ ਜਿਹੋ ਜੀ ਸਾਡੀ ਮਨ ਦੀ ਅਵਸਥਾ ਹੋਵੇਗੀ ਉਸੇ ਸਾਨੂੰ ਉਹੋ ਜਿਹਾ ਦਿਸੇਗਾ। ਜਿਹੋ ਜੀ ਸੂਰਤ ਅਸੀਂ ਸ਼ੀਸ਼ੇ ਦੇ ਵਿੱਚ ਦੇਖਾਂਗੇ ਸਾਨੂੰ ਉਹੋ ਜੀ ਸੂਰਤ ਦਿਸੇਗੀ। ਅਸੀਂ ਉਸ ਸੂਰਤ ਨੂੰ ਖੂਬਸੂਰਤ ਬਣਾ ਕੇ ਸ਼ੀਸ਼ੇ 'ਚ ਦੇਖਣਾ ਹੈ ਜਾਂ ਬਦਸੂਰਤ ਬਣਾ ਕੇ ਦੇਖਣਾ ਹੈ, ਉਹ ਸਾਡੇ ਸੋਚ ਦੇ ਆਧਾਰਿਤ ਹੈ। ਫਿਰ ਆ ਕੇ इत्थे एक बहादुर शाह जफर जो कि आखिरी मुगल सम्राट होया है, उसके शब्द हन, जब न थी अपने गुनाहों की खबर, देखते फिरते थे दुनिया के ऐबो हुनर। जब अपने गुनाहों पे पड़ी नजर तो जहां में कोई बुरा ना रहा। जफर आदमी उसको न जानिएगा, होवे आजम फैजो जला। जिथे ऐश में यादो खुदा ना रही, जिथे तैश में खौफे खुदा ना रहा। जिहदे हिरदे दे विच खुदा नहीं है, उहदा खौफ नहीं है, जिसनों अपनी दुनिया की ऐशो इशरत दे विच उस परमात्मा का नाम याद नहीं है, उसकी कोई कीमत नहीं है। जो उस परमात्मा नूं याद करता है, जो उस परमात्मा नूं मनदा है, ਉਹਦੀ ही कीमत है, शब्द की कीमत है। फरीद साहब जी, फरीदा खालक खलक में, खलक वसै रब मां है, मंदा किसनू आखिए जब तिस बिन कोई ना है। इत्थे आके गुरु साहब कहते जी, सब गोबिंद है, सब गोबिंद है, गोबिंद बिन नहीं कोई, उस तो बिना कोई भी नहीं दसेगा तुहानू। तुहाडे अपने मन की हाल, तुहाडे अपने मन का हिरदा जो तुहाडा अपना हिरदा शुद्ध हो गया उस पिता की गुरबाणी दे नाल, तुहानू हर उसका रूप दिसेगा। तुहानू किसी दे विच खामी नज़र नहीं आएगी। अगर खामी नज़र आएगी तो तुसी पहला अपना दिल खोजोगे कि मैनू कुछ गलत लग रहा है, हो सकता है मेरा अपना दिल गलत होवे। असी बहुत सारिया गलतियां जो है असी मनना नहीं चाहते। साडे मन नूं पता है कि की बुराई है, पर असी हंकार दे विच आके, क्योंकि हंकार जो है उहदे विच नाम दे विच कोई जगह नहीं है हंकार दी। परमात्मा की शर्त है, हरि की शर्त है कि तू अपने मन नूं साफ कर, मैं फिर तेरे हिरदे दे विच आवांगा, इसनूं शुद्ध कर। पर जो हंकार है उसकी कोई शर्त नहीं। वो कहता तू रहन दे, हरी हरी करी जा, तू राम राम करी जा, तू वाहिगुरू वाहिगुरू करे जा, मैं आपे आ जाना। जो मैं आ गया तेरे हरी ने आपे उठ के चले जाना। ये इतनी जालम चीज़ है हंकार। ये जो हंकार है उस परमात्मा नूं हिरदे विच नहीं वसन दिंदा। परमात्मा की शर्त है पहला नीवा हो, उस परमात्मा के दर ते मंजूर हो, किसी नूं बुरा भला ना कह। जे तैनूं कुछ लगता है सब तो पहला अपने दिल नूं खोज। फरीदा काले मेंढे कपड़े, काला मेंढा वेश, गुण ही भरिया मैं फिरां, लोग कहे दरवेश। कि लोग मैनू फकीर आखदे ने, पर मैं ते गुनाहां दा भरिया होया हाँ। असीं अपने हिरदे दे शीशे नूं, जो कि सदियां दा मैला होया है, और जो चीज़ मैली है, अगर कोई गड्डी है उसकी लाइट अग्यों मैली है, वो रोशनी नहीं देवेगी। तुसी कहोगे कि मैनू अगे नहीं दिस रहा, पर वो रोशनी का कसूर नहीं है। उस रोशनी के अगे जो कालक लगी हुई है, जो मिट्टी लगी, उसका कसूर है। साडे भी हिरदे दे विच जो जन्मां जन्मां दी मैल पई है, वो सानू उस परमात्मा नूं हर हिरदे दे विच देखण नहीं दिंदी। नानक उत्तम नीच ना कोई, इत्थे कोई नीच नहीं है, ना कोई उत्तम है। जो नीच बनता है कर्मां दे नाल बनता है, उत्तम बनता है कर्मां दे नाल बनता है। ए बंदे, तेरे कोल सोच है, तेरे कोल समझ है, तू उसके अनुसार कर्म कर। उस परमात्मा नूं हमेशा अपने नाल जान, उस परमात्मा के शब्दां नूं हिरदे विच वसाउणा कर, ताकि तू उस परिपूर्ण परमात्मा नूं मिल सके। इस उत्तम नीच के चक्कर दे विच ना पै। उस अगे अरदास कर, ऐ पिता वही कर्म कराई जो तेरे दर नूं लै जान। दुनिया के चरनां दी धूड़ हो जावां, उसनूं मस्तक ते लावां, फिर जाके किते गल बनती है। जब तक हंकार है असीं किते नहीं पहुँच सकांगे।
किस गल दा हंकार है बंदे, तेरे कोल ते कुछ भी नहीं है। तेरी सारी ही जीवन की क्रिया ते परमात्मा कर रहा है। जदों सानू इस चीज़ का ज्ञान हुंदा है कि मैं कुछ भी नहीं हाँ, उस वेले उस परमात्मा की किरपा हुंदी है। उस परमात्मा की बाणी बहुत अगाध बोध है, बहुत उत्तम है, बहुत प्यारी है। साडे वर्गियां ते मेरे वर्गियां दे पढ़न की भी वस की गल नहीं है, ते व्याख्या करनी ये वो परमात्मा ही करा रहा है। जिस तरह परमात्मा सारा कुछ कर रहा, वो कहता है बंदे तेरे जीवन की हर क्रिया जो है मेरे हुक्म दे विच हो रही है। इसलिए अगर साडे कोल कोई ज्ञान है, अगर साडे कोल कोई चीज़ है, उसनूं वंडीए। ज्ञान जो है, गुरबाणी जो है, वो वंडिया वधदी है। उस ज्ञान नूं वंडो ताकि वो ज्ञान दे विच वाधा होवे। अपने ज्ञान नूं उत्थे ही समेट के ना ले जाओ। अगर परमात्मा ये बख्शिश करता है, क्योंकि उसकी क्रिया है, उसने जो ये 5 तत्त सूत दे विच परो के रखे हैं, ना जाने कदों इन्हां नूं खिच लवे, सूत नूं कदों खिच लवे, रह जाओगे इदां ही खाली खाली हथ नहीं जाना। उस परमात्मा की दया नूं, उसके प्यार नूं लेके जाना है। अपने जीवन के फुल नूं ऐसा तैयार करना है कि उस परमात्मा के दर ते भेंट हो सकीए। इतनियां ही बेनतियां प्रवान करनियां मेरे वस की गल नहीं है, दास दे वस की गल नहीं है। ते बहुत उत्तम चीज़ है। दास नूं परमात्मा ने संगतां दी जो सेवा करन दा बल बख्शिया है। ये मतहीन है, आप अरदास करनी कि इस मतहीन नूं परमात्मा मत बख्शे। आप दे चरनां दी धूड़ी हमेशा मस्तक ते लगती रहे। ये निगाह संगतां दे चरनां तो कदे उच्ची ना उठे। उस परमात्मा दा डर, उस परमात्मा दा भय इस हिरदे दे विच रहे। परमात्मा अगे अरदास करनी है, परमात्मा इस हिरदे नूं शब्द बख्श, इस हिरदे नूं गुरबाणी होर बख्श, ताकि संगतां दे नाल सांझी कर सकीए, ताकि आपां इन्हां सांझे विचारां दे नाल उस परमात्मा दे दा फड़ सकीए। कोई भी शब्द गलत बोलिया गया होवे, कोई भी गुरबाणी का शब्द गलत बोलिया गया होवे, कोई ऐसा शब्द जो किसी हिरदे नूं प्रवान ना होया होवे, धन धन श्री गुरु ग्रंथ साहिब जी महाराज साध संगत बख्शण जोग है, बख्श लेना। अगे तो अरदास करनी ताकि आप दियां अरदासां दे नाल दास आप दी सेवा कर सके। इतनियां ही बेनतियां प्रवान करनियां। वाहिगुरु जी का खालसा, वाहिगुरु जी की फतेह। हुण साडे बाबा जी आनंद साहिब दा पाठ करनगे। वाहिगुरु जी का खालसा, वाहिगुरु जी।